ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ ਤੇ। ਥੰਬਨੇਲ ਤੁਸੀਂ ਸਭ ਨੇ ਦੇਖਿਆ ਕਿ ਕੋਆਪਰੇਟਿਵ ਇੰਸਪੈਕਟਰ ਦਾ ਐਗਜ਼ਾਮ ਜੋ ਕਿ ਤੁਹਾਡੇ ਵਿੱਚੋਂ ਬਹੁਤ ਜ਼ਿਆਦਾ ਬੱਚਿਆਂ ਨੇ ਜਿਹੜਾ ਫਾਰਮ ਫਿਲ ਕੀਤਾ ਹੋਏਗਾ, ਤਾਂ ਜਿਨ੍ਹਾਂ ਨੇ ਪੀਪੀਐਸਸੀ ਦਾ ਨਾਇਬ ਤਹਿਸੀਲਦਾਰ ਵਾਲਾ ਐਗਜ਼ਾਮ ਵੀ ਦਿੱਤਾ ਹੋਣਾ, ਤਾਂ ਉਹਨਾਂ ਦੀ ਤਿਆਰੀ ਵੈਸੇ ਵੀ ਇਸ ਲੈਵਲ ਤੱਕ ਤਕਰੀਬਨ ਹੋ ਰਹੀ ਆ। ਬਟ ਇਹਦੇ 'ਚ ਜਿਹੜੇ ਕੁਐਸਚਨ ਪੁੱਛੇ ਜਾਂਦੇ ਆ ਉਹ ਵਾਲੇ ਲੈਵਲ ਦੇ ਇੰਨੇ ਔਖੇ ਨਹੀਂ ਹੁੰਦੇ ਜਿਵੇਂ ਤੁਸੀਂ ਕਹਿ ਸਕਦੇ ਹੋ। ਔਰ ਵੈਸੇ ਵੀ ਪੀਪੀਐਸਸੀ ਦਾ ਤਾਂ ਇਸ ਵਾਰ ਹੋ ਗਿਆ ਕਿ ਪੰਜਾਬੀ ਦੇ ਵਿੱਚ ਐਗਜ਼ਾਮ ਉਹਨਾਂ ਨੇ ਨਹੀਂ ਦਿਆ, ਜਦ ਕਿ ਗਵਰਨਮੈਂਟ ਦੀਆਂ ਗਾਈਡਲਾਈਨਸ ਨੇ ਆਪਣੇ ਕਿ ਤੁਹਾਨੂੰ ਐਗਜ਼ਾਮ ਆ ਜਿਹੜਾ ਉਹ ਪੰਜਾਬੀ ਦੇ ਵਿੱਚ ਜਾਂ ਫਿਰ ਉਹਦੀਆਂ ਜਿਹੜੀਆਂ ਤੁਸੀਂ ਸਭ ਨੇ ਐਗਜ਼ਾਮ ਦੇਖਿਆ ਹੋਊਗਾ ਬੱਚੇ, ਇਹਦੇ 'ਚ ਟਾਈਮ ਵੇਸਟ ਆ। ਸੋ ਜੋ ਹੋਇਆ ਤਾਂ ਕੋਆਪਰੇਟਿਵ ਇੰਸਪੈਕਟਰ ਦਾ ਐਗਜ਼ਾਮ ਜਿਹੜਾ ਕਿ ਪਹਿਲਾਂ ਹੋ ਚੁੱਕਿਆ, ਉਹਦੇ ਵਿੱਚ ਪੋਲਿਟੀ ਸੈਕਸ਼ਨ ਦੇ ਵਿੱਚੋਂ ਜਿਹੜੇ MCQ ਪੁੱਛੇ ਗਏ ਆ ਉਹਨਾਂ ਨੂੰ ਆਪਾਂ ਪੁਰਾਣੇ MCQ ਇੱਥੇ ਤੁਹਾਡੇ ਨਾਲ ਡਿਸਕਸ ਕਰਾਂਗੇ ਔਰ ਉਹਨਾਂ ਦੀ ਐਕਸਪਲੇਨੇਸ਼ਨ ਦੇਖਾਂਗੇ ਔਰ ਨਾਲ ਹੀ ਉਹਨਾਂ ਦੇ ਰਿਗਾਰਡਿੰਗ ਜੋ ਵੀ ਫੈਕਟ ਹੋਣਗੇ ਆਉਣ ਵਾਲੇ ਅਪਕਮਿੰਗ ਐਗਜ਼ਾਮਸ ਦੇ ਵਿੱਚ ਜੋ ਵੀ ਪੁੱਛੇ ਜਾ ਸਕਦੇ ਆ ਤੇ ਉਹਨਾਂ ਨੂੰ ਆਪਾਂ ਡਿਸਕਸ ਕਰਾਂਗੇ। ਤਾਂ ਬੱਚੇ ਜਿਹੜੇ ਚੈਨਲ ਤੇ ਨਵੇਂ ਆ, ਚੈਨਲ ਸਬਸਕ੍ਰਾਈਬ ਨਹੀਂ ਕੀਤਾ ਦੈਨ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਨਾਲ ਹੀ ਬੈਲ ਨੋਟੀਫਿਕੇਸ਼ਨ ਨੂੰ ਔਨ ਜ਼ਰੂਰ ਕਰ ਲੈਣਾ। ਜੇ ਜਿਨ੍ਹਾਂ ਨੂੰ PDF ਚਾਹੀਦਾ ਉਹ ਸਾਡਾ ਟੈਲੀਗ੍ਰਾਮ ਜੁਆਇਨ ਕਰ ਸਕਦੇ ਆ, ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਕਰਵਾਇਆ ਗਿਆ। ਦੇਖੋ ਬੱਚੇ, ਪਹਿਲਾ ਕੁਐਸਚਨ ਆ ਵੀ ਕੌਂਸਟੀਟਿਊਸ਼ਨ ਆ ਜਿਹੜਾ ਆਪਣਾ, ਤਾਂ ਉਹ ਸੁਪਰੀਮ ਕੋਰਟ ਨੂੰ ਪਾਵਰ ਦਿੰਦਾ ਕਿ ਅਗਰ ਕੇਂਦਰ ਦੇ ਰਾਜ ਸਰਕਾਰ ਦੇ ਵਿਚਾਲੇ ਕੋਈ ਡਿਸਪਿਊਟ ਹੋ ਰਿਹਾ ਦੈਨ ਉਹ ਕਿਹੜੇ ਜੁਰਿਸਡਿਕਸ਼ਨ ਦੇ ਵਿੱਚ ਆਊਗਾ। ਤਾਂ ਇਹ 2018 ਦਾ ਜਿਹੜਾ ਕੋਆਪਰੇਟਿਵ ਦਾ ਐਗਜ਼ਾਮ ਹੋਇਆ ਸੀ ਉਹਦੇ ਵਿੱਚ ਆਇਆ ਹੋਇਆ ਕੁਐਸਚਨ ਆ। ਤਾਂ ਇਹਦੇ 'ਚ ਕੀ ਆ, ਰਿਟ ਵਾਲੇ 'ਚ ਆਊਗਾ, ਅਪੀਲੇਟ ਥਰੂ ਆਊਗਾ, ਐਡਵਾਈਜ਼ਰੀ ਆ, ਜਾਂ ਫਿਰ ਉਹਦਾ ਓਰੀਜਨਲ ਜੁਰਿਸਡਿਕਸ਼ਨ ਦੇ ਵਿੱਚ ਉਹ ਵਾਲੀ ਚੀਜ਼ ਆਊਗੀ। ਦੇਖੋ ਬੱਚੇ, ਮੈਂ ਤੁਹਾਨੂੰ ਜਿਹਨੇ ਤੁਸੀਂ ਪਹਿਲਾਂ ਜੁਡੀਸ਼ਰੀ ਵਾਲੀ ਕਲਾਸ ਆਪਣੇ ਚੈਨਲ ਦੇ ਉੱਤੇ ਪੋਲਿਟੀ ਸੈਕਸ਼ਨ ਦੇ ਵਿੱਚ ਪਈ ਆ, ਮੈਂ ਤੁਹਾਨੂੰ 2 ਤੋਂ 3 ਵਾਰ ਇਹ ਵਾਲਾ ਟੌਪਿਕ ਕਰਵਾਇਆ ਤੇ ਮੈਂ ਤੁਹਾਨੂੰ ਕਹਿ ਕੇ ਕਰਵਾਇਆ ਬੱਚੇ ਕਿ ਈਵਨ UPSC ਲੈਵਲ ਦਾ ਕੁਐਸਚਨ ਵੀ ਤੁਹਾਨੂੰ ਇਹਦੇ 'ਚੋਂ ਆਉਂਦਾ। ਇਹ ਤਾਂ ਵੈਸੇ ਸਿੰਪਲ ਕੁਐਸਚਨ ਆ ਤੇ ਅਗਰ ਤੁਹਾਨੂੰ ਉਸ ਕੁਐਸਚਨ ਵੀ ਬਣਦਾ ਦੈਨ ਤੁਸੀਂ ਉਹਦਾ ਆਨਸਰ ਵੀ ਬਿਨਾਂ ਸੋਚੇ ਆਸਾਨੀ ਦੇ ਨਾਲ ਦੇ ਸਕੋ, ਤੁਹਾਡੇ ਦਿਮਾਗ ਤੇ ਪ੍ਰੈਸ਼ਰ ਵੀ ਨਾ ਆਵੇ, ਤਾਂ ਇੰਨਾ ਈਜ਼ੀਲੀ ਤੁਸੀਂ ਆਨਸਰ ਕਰ ਸਕਦੇ ਸੀ। ਚਲੋ ਹੁਣ ਆਪਾਂ ਇਹਦੇ ਰਿਗਾਰਡਿੰਗ ਕੁਝ ਫੈਕਟ ਨੇ ਜਿਹੜੇ ਉਹਨਾਂ ਨੂੰ ਦੇਖ ਲੈਂਦੇ ਆ। ਦੇਖੋ ਬੱਚੇ, ਫੈਕਟ ਕਰਾਉਣ ਤੋਂ ਪਹਿਲਾਂ ਇੱਕ ਵਾਰ ਮੈਂ ਤੁਹਾਨੂੰ ਜਿਹੜੀ ਜੁਡੀਸ਼ਰੀ ਆ ਉਹਨੂੰ ਰਿਕਾਲ ਕਰਾ ਦਾਂ। ਆਪਣੇ ਜਿਹੜੀ ਜੁਡੀਸ਼ਰੀ ਆ ਯਾਨੀ ਕਿ ਸੁਪਰੀਮ ਕੋਰਟ ਐਂਡ ਹਾਈ ਕੋਰਟ ਔਰ ਡਿਸਟ੍ਰਿਕਟ ਕੋਰਟ 3 ਲੈਵਲ ਨੇ ਆਪਣੇ। ਤਾਂ ਆਪਾਂ ਸੁਪਰੀਮ ਕੋਰਟ ਦੀ ਗੱਲ ਕਰ ਰਹੇ ਹਾਂ। ਇਹਦੇ ਆਰਟੀਕਲ ਹੈਗੇ ਨੇ 124 ਤੋਂ ਲੈ ਕੇ 147 ਤੱਕ ਔਰ ਭਾਗ ਹੈਗਾ ਇਹਦਾ 5ਵਾਂ। ਤਾਂ ਤੁਸੀਂ ਹਰ ਵੀਡੀਓਜ਼ ਦੇ ਵਿੱਚ ਦੇਖੋਗੇ ਬੱਚੇ, ਅਗਰ ਤੁਹਾਨੂੰ ਫੈਕਟ ਆਪਣੇ ਆਪ ਐਵੇਂ ਦਿਮਾਗ ਤੋਂ ਨਿਕਲਣ ਲੱਗ ਗਏ ਦੈਨ ਤੁਸੀਂ ਵੀ ਇੱਕ ਪੋਲਿਟੀ ਦੇ ਉਸ ਟੌਪਿਕ ਦੇ ਮਾਸਟਰਸ ਬਣ ਸਕਦੇ ਹੋ, ਤੁਸੀਂ ਅੱਗੇ ਕਰਵਾ ਸਕਦੇ ਹੋ ਅਗਰ ਤੁਹਾਨੂੰ ਐਵੇਂ ਫੈਕਟ ਨੇ ਜਿਹੜੇ ਉਹ ਰਟਣ ਲੱਗ ਗਏ। ਇਸ ਤੋਂ ਬਾਅਦ ਜੇ ਆਪਾਂ ਹਾਈ ਕੋਰਟ ਦੀ ਗੱਲ ਕਰੀ, ਨਾਲ ਹੀ ਫਿਰ ਆਪਾਂ ਸੁਪਰੀਮ ਕੋਰਟ ਤੋਂ ਬਾਅਦ ਹਾਈ ਕੋਰਟ ਦੀ ਗੱਲ ਕਰ ਲੈਂਦੇ ਹਾਂ। ਇਹਦੇ ਆਰਟੀਕਲ 214 ਤੋਂ ਲੈ ਕੇ 232 ਤੱਕ ਆਰਟੀਕਲ ਨੇ ਜਿਹੜੇ ਇਹਦੇ ਰਿਗਾਰਡਿੰਗ ਆਉਂਦੇ ਆ ਔਰ ਇਹਦੇ ਨੀਚੇ ਹੁੰਦੇ ਆ ਡਿਸਟ੍ਰਿਕਟ ਕੋਰਟ। ਆਹ ਦੋਨੋਂ ਸਟੇਟ ਦੇ ਵਿੱਚ ਹੁੰਦੀਆਂ ਨੇ ਬੱਚੇ। ਸੋ ਇਹਨਾਂ ਦੇ ਆਰਟੀਕਲ ਨੇ ਜਿਹੜੇ ਉਹ ਪਾਸ ਹੀ ਨੇ। 233 ਤੋਂ ਲੈ ਕੇ 237 ਤੱਕ ਆਰਟੀਕਲ ਨੇ ਜਿਹੜੇ, ਜੇ ਇਹਨਾਂ ਦੇ ਭਾਗ ਦੀ ਗੱਲ ਕਰੀਏ ਤਾਂ ਇਹ ਭਾਗ ਹੈਗਾ 6ਵੇਂ ਦੇ ਵਿੱਚ। ਹੁਣ ਇਹ ਨਹੀਂ ਹੈਗਾ ਵੀ ਇਕੱਲੇ ਭਾਗ 5ਵੇਂ ਦੇ ਵਿੱਚ ਆਪਣੀ ਸੁਪਰੀਮ ਕੋਰਟ ਹੀ ਆਉਂਦੀ ਆ, ਪੂਰਾ ਯੂਨੀਅਨ ਗਵਰਨਮੈਂਟ ਆ, ਪਾਰਲੀਮੈਂਟ ਆ, ਪ੍ਰੈਜ਼ੀਡੈਂਟ ਸਾਹਿਬ ਨੇ, ਸਾਰੇ ਭਾਗ 5ਵੇਂ ਦੇ ਵਿੱਚ ਆਉਂਦੇ ਆ। ਤਾਂ ਜਿਹੜੀ ਸਟੇਟ ਆ ਉਹ ਇਦੋਂ ਬਾਅਦ 6ਵੇਂ ਭਾਗ ਤੋਂ ਸਟਾਰਟ ਹੁੰਦੀ ਆ। ਸੋ ਤੁਹਾਨੂੰ ਭਾਗ 5ਵਾਂ ਤੇ 6ਵਾਂ ਇੰਨਾ ਤਾਂ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਓਕੇ, ਹੁਣ ਦੇਖੋ ਬੱਚੇ, ਇਹਦੇ ਵਿੱਚ ਆਉਂਦਾ ਵੀ ਆਪਣੇ ਤੁਹਾਨੂੰ ਇਹਦੇ 'ਚੋਂ ਸਿੱਧੇ ਕੁਐਸਚਨ ਕੀ ਬਣਦੇ ਆ। ਇੱਕ ਤਾਂ ਤੁਹਾਨੂੰ ਆ ਸਕਦਾ ਹੁੰਦਾ ਫਸਟ ਕੋਰਟ, ਕਿਉਂਕਿ ਜਿਵੇਂ ਕਿ ਆਪਾਂ ਕੋਆਪਰੇਟਿਵ ਇੰਸਪੈਕਟਰ ਦੇ ਐਗਜ਼ਾਮ ਨੂੰ ਧਿਆਨ ਦੇ ਵਿੱਚ ਰੱਖ ਕੇ ਕੁਐਸਚਨ ਬਣਾਈਏ ਤਾਂ ਪਹਿਲਾ ਕੋਡ ਪੁੱਛਿਆ ਜਾ ਸਕਦਾ ਵੀ ਇਹ 1773 ਦਾ ਜਿਹੜਾ ਰੈਗੂਲੇਟਿੰਗ ਐਕਟ ਆਇਆ ਸੀ ਇਹਦੇ ਅਕੋਰਡਿੰਗਲੀ 1774 ਜਾਣੀ ਕਿ ਤੋਂ 1 ਸਾਲ ਬਾਅਦ ਬਣਿਆ ਸੀ। ਕਿੱਥੇ? ਕਲਕੱਤੇ ਦੇ ਵਿੱਚ ਵੀ ਕਿੱਥੇ ਇੱਕ ਫੋਰਟ ਸੀਗਾ, ਵਿਲੀਅਮ ਫੋਰਟ। ਓਕੇ, ਤਾਂ ਇਹਦੇ 'ਚ ਬਣਿਆ ਸੀ। ਤਾਂ ਇੱਥੇ ਵੀ 1+7 = 8 ਜੱਜਸ ਸੀਗੇ ਜਿਹੜੇ ਇੱਥੇ ਅਪੁਆਇੰਟ ਕੀਤੇ ਜਾਂਦੇ ਸੀ। ਤੇ ਅੱਜ ਕਰੰਟਲੀ ਜੇ ਦੇਖੀਏ ਆਪਾਂ, ਕਰੰਟਲੀ ਹੁਣ ਕਿੰਨੇ ਆ, 2019 ਦੇ ਵਿੱਚ ਗਿਣਤੀ ਵਧਾਈ ਗਈ ਆ, ਹੁਣ 33+1 4 ਜੱਜਾਂ ਦੀ ਗਿਣਤੀ ਨਵੀਂ ਕੀਤੀ ਗਈ ਸੀ। ਤਾਂ ਹੁਣ 34 ਜੱਜ ਨੇ ਜਿਹੜੇ ਆ, ਜਿਹੜਾ 1 ਲਿਖਿਆ ਇਹਦੀ ਮਤਲਬ ਚੀਫ ਜਸਟਿਸ ਆਫ ਇੰਡੀਆ ਹੁੰਦਾ। ਠੀਕ ਆ, ਤਾਂ ਇਹ ਵਾਲਾ ਸੀਗਾ। ਇਸ ਤੋਂ ਬਾਅਦ ਇਹ ਤਾਂ ਹੋ ਗਿਆ ਫਸਟ ਕੋਰਟ, ਇਹਦੇ 'ਚ ਕਨਫਿਊਜ਼ ਨਹੀਂ ਹੋਣਾ। ਇੱਕ ਜੇ ਤੁਹਾਨੂੰ ਆਉਂਦਾ ਫਸਟ ਕੋਰਟ ਜਾਂ ਫਿਰ ਤੁਹਾਨੂੰ ਆ ਜੇ ਫੈਡਰਲ ਕੋਰਟ। ਬੱਚੇ ਧਿਆਨ ਨਾਲ ਤੁਸੀਂ ਇਹਨੂੰ ਨੋਟ ਕਰਿਓ, ਜਿਹੜੇ ਬੱਚੇ ਚੈਨਲ ਤੇ ਨਵੇਂ ਆ ਤੇ ਅਗਰ ਵੀਡੀਓ ਪਸੰਦ ਆ ਰਹੀ ਹੈ ਦੈਨ ਤੁਸੀਂ ਲਾਈਕ ਜ਼ਰੂਰ ਕਰਿਓ। ਦੇਖੋ, ਜੇ ਫੈਡਰਲ ਕੋਰਟ ਦੀ ਗੱਲ ਕਰੀਏ, ਇਹ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ ਆਇਆ ਸੀ 1935 ਦਾ। ਠੀਕ ਆ, ਤਾਂ ਇਹਦੇ ਨਾਲ 2 ਸਾਲ ਬਾਅਦ 1937 ਦੇ ਵਿੱਚ ਇਹ ਵਾਲੀ ਬਣਾਈ ਗਈ ਸੀਗੀ, ਕਿਹੜੀ? ਫੈਡਰਲ ਕੋਰਟ ਇੰਡੀਆ।
ਇਸ ਤੋਂ ਬਾਅਦ ਜਦੋਂ ਆਪਣਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋ ਗਿਆ, ਉਸ ਤੋਂ 2 ਦਿਨ ਬਾਅਦ 28 ਜਨਵਰੀ 1950 ਨੂੰ ਆਪਣੇ ਇਹ ਬੜੀ ਸੁਪਰੀਮ ਕੋਰਟ ਆ ਜਿਹੜੀ ਇਹਦਾ ਨਾਮ ਚੇਂਜ ਫੈਡਰਲ ਕੋਰਟ ਤੋਂ ਸੁਪਰੀਮ ਕੋਰਟ ਕਰਤਾ। ਔਰ ਦੈਟ ਟਾਈਮ 1+7 ਇਹਦੇ 'ਚ ਵੀ 8 ਜੱਜ ਸੀਗੇ। ਇਸ ਤੋਂ ਬਾਅਦ ਇਹਦੇ 'ਚ ਅਮੈਂਡਮੈਂਟ ਹੁੰਦੀਆਂ ਗਈਆਂ ਔਰ ਹੁਣ ਕਰੰਟਲੀ ਕਿੰਨੀਆਂ ਨੇ 34 ਜੱਜ ਨੇ ਜਿਹੜੇ ਆਪਣੇ ਹੁਣ ਹੋ ਸਕਦੇ ਆ। ਠੀਕ ਆ। ਅਗਰ ਇਲਾਹਾਬਾਦ ਕੋਰਟ ਦੀ ਗੱਲ ਕਰੀਏ ਤਾਂ ਹਾਈ ਕੋਰਟ ਆ ਜਿਹਦੇ 'ਚ ਸਭ ਤੋਂ ਜ਼ਿਆਦਾ ਜੱਜ ਹੋ ਸਕਦੇ ਆ 160 ਜੱਜ, ਨਹੀਂ ਤਕਰੀਬਨ 80-90 ਤੱਕ ਗਿਣਤੀ ਆ ਜਿਹੜੀ ਆਮ ਜੱਜਸ ਦੀ ਉਹ ਰਹਿੰਦੀ ਆ। ਬਾਕੀ ਬੱਚੇ ਦੇਖੋ ਇਹਦੇ 'ਚ ਇਫੈਕਟ ਕੀ ਆ ਵੀ ਕੋਈ ਵੀ ਮਹਿਲਾ ਵੂਮਨ ਚੀਫ ਜਸਟਿਸ ਆਫ ਇੰਡੀਆ ਹਜੇ ਤੱਕ ਨਹੀਂ ਬਣੀ, ਜੱਜ ਬਣੀਆਂ ਨੇ। ਠੀਕ ਆ। ਤਾਂ ਪਹਿਲੀ ਜੱਜ ਬਣਨ ਵਾਲੀ ਸੁਪਰੀਮ ਕੋਰਟ ਦੀ ਨਾਲੇ ਤਾਂ ਭਾਰਤ ਦੇ ਵਿੱਚ ਔਰ ਪਲੱਸ ਏਸ਼ੀਆ ਦੇ ਵਿੱਚ ਫਸਟ ਇਨ ਇੰਡੀਆ ਪਲੱਸ ਏਸ਼ੀਆ ਫਾਤਮਾ ਬੀਬੀ 1989 ਦੇ ਵਿੱਚ ਬਣੇ ਸੀ। ਠੀਕ ਆ। ਤਾਂ ਇਹਨਾਂ ਦਾ ਵੀ ਤੁਸੀਂ ਧਿਆਨ ਰੱਖਣਾ। ਇਸ ਤੋਂ ਬਾਅਦ ਬੱਚੇ ਦੇਖੋ ਇੱਕ ਕੁਐਸਚਨ ਮੈਂ ਤੁਹਾਡੇ ਲਈ ਹੋਰ ਕਰਦਾ। ਮੈਂ ਤੁਹਾਨੂੰ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਜੱਜ ਬਣੇ ਵੂਮਨ ਉਹਨਾਂ ਦੇ ਬਾਰੇ ਮੈਂ ਤੁਹਾਨੂੰ ਪੁਆਇੰਟ ਦਿੱਤਾ। ਤਾਂ ਹਾਈ ਕੋਰਟ ਚਲੋ ਮੈਂ ਹਿੰਟ ਹੋਰ ਦੇ ਦਿੰਦਾ ਤੁਹਾਨੂੰ, ਦਿੱਲੀ ਦੇ ਵਿੱਚ ਬਣੇ ਸੀ ਤੇ ਉਹ ਫਸਟ ਵੂਮਨ ਬਣੇ ਸੀ ਜਿਹੜੇ ਆਪਣਾ ਜੱਜ ਬਣੇ ਸੀਗੇ ਹਾਈ ਕੋਰਟ ਦੇ। ਔਰ ਉਸ ਤੋਂ ਬਾਅਦ ਚੀਫ ਜਸਟਿਸ ਆਫ ਸਟੇਟ ਹਾਈ ਕੋਰਟ ਹੁੰਦੀ ਹੈ ਜਿਵੇਂ ਉਹਦੇ 'ਚ ਬਣੇ ਸੀ, ਤਾਂ ਉਹ ਇਸ ਤੋਂ ਬਾਅਦ ਬਣੇ ਸੀ ਹਿਮਾਚਲ ਪ੍ਰਦੇਸ਼ ਦੇ। ਤਾਂ ਬੱਚੇ ਉਹਨਾਂ ਦਾ ਤੁਸੀਂ ਨਾਮ ਦੱਸਣਾ ਵੀ ਕਿਹੜੀ ਵੂਮਨ ਸੀਗੇ ਜਿਨ੍ਹਾਂ ਦਾ ਨਾਮ ਇੱਥੇ ਮੈਂ ਤੁਹਾਨੂੰ ਹਿੰਟ ਦੇ ਰਿਹਾ। ਤਾਂ ਤੁਸੀਂ ਇਹ ਤੁਹਾਡੇ ਲਈ ਪਹਿਲਾ ਕੁਐਸਚਨ ਅੱਜ ਦਾ। ਓਕੇ। ਦੇਖੋ ਜਿਹੜੇ ਐਸ ਬੋਬੜੇ ਸੀ 47ਵੇਂ ਨੰਬਰ ਦੇ ਸੀ। ਇਸ ਤੋਂ ਬਾਅਦ ਜਿਹੜੇ ਐਨ ਬੀ ਰਮਾਨਾ ਸੀਗੇ ਉਹ ਸੀਗੇ 48ਵੇਂ ਨੰਬਰ ਦੇ। ਓਕੇ। ਬਾਕੀ ਬੱਚੇ ਦੇਖੋ ਇੱਕ 1973 ਦੇ ਵਿੱਚ ਇੱਕ ਇਹਨਾਂ ਦਾ ਬ੍ਰੇਕ ਹੋਇਆ ਸੀਗਾ ਰੂਲ, ਕਿਉਂਕਿ ਇਸ ਤੋਂ ਪਹਿਲਾਂ ਸੀਨੀਅਰ ਸੀਗੇ ਜਿਹੜੇ ਉਹ ਜੱਜ ਨੂੰ ਚੀਫ ਜਸਟਿਸ ਆਫ ਇੰਡੀਆ ਬਣਾ ਦਿੱਤਾ ਜਾਂਦਾ ਸੀ। ਪਰ 1975 ਦੇ ਵਿੱਚ ਇਹ ਅਨਰਾਏ ਨੂੰ ਐਮਰਜੈਂਸੀ ਦੇ ਦੌਰਾਨ CJI ਬਣਾ ਦਿੱਤਾ ਗਿਆ ਸੀ ਇੰਦਰਾ ਗਾਂਧੀ ਦੇ ਦੁਆਰਾ। ਓਕੇ। ਚਲੋ ਇਹ ਤਾਂ ਸੀ ਸਿੰਪਲ ਫੈਕਟ। ਬਾਕੀ ਇਹਦੇ ਨਾਲ ਰਿਗਾਰਡਿੰਗ ਨੇ ਜਿਹੜੇ ਤੁਹਾਨੂੰ ਜੱਜਸ ਕੇਸ ਆ ਸਕਦੇ ਨੇ। ਤਾਂ ਬੱਚੇ ਕੇਸਾਂ ਦੀ ਐਕਸਪਲੇਨੇਸ਼ਨ ਤੁਹਾਨੂੰ ਨਹੀਂ ਆ ਸਕਦੀ। 1982 ਇੱਕ ਕੇਸ 1982 ਦਾ, ਤਾਂ ਇਹਦੇ 'ਚ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਰਾਸ਼ਟਰਪਤੀ ਦਾ ਫੈਸਲਾ ਜਿਹੜਾ ਉਹ ਪ੍ਰਥਮ ਹੋਊਗਾ। ਤਾਂ ਇਹ ਸੀਗਾ SP ਗੁਪਤਾ ਕੇਸ। ਠੀਕ ਹੈ। ਜੱਜਾਂ ਦਾ ਕੇਸ ਮਤਲਬ ਕਿ ਨਿਯੁਕਤੀ ਨੂੰ ਲੈ ਕੇ, ਤਾਂ ਇਹਨੂੰ SP ਗੁਪਤਾ ਕੇਸ ਕਹਿੰਦੇ ਆ। 1992 ਇਸ ਤੋਂ ਬਾਅਦ ਆਇਆ ਤਾਂ ਇਹ ਸੀਗਾ ਐਡਵੋਕੇਟ ਔਨ ਰਿਕਾਰਡਸ ਕੇਸ, ਜਾਣੀ ਕਿ ਯੂਨੀਅਨ ਗਵਰਨਮੈਂਟ ਨਾਲ ਸੀ। ਸੁਪਰੀਮ ਕੋਰਟ ਨੇ ਇਹਦੇ 'ਚ ਕੀ ਕਿਹਾ ਕਿ ਕੋਲੀਜ਼ੀਅਮ ਆ ਜਿਹੜਾ, ਠੀਕ ਆ, ਤਾਂ ਕੋਲੀਜ਼ੀਅਮ ਬਣੇਗਾ ਤੇ ਉਹਦੀ ਸਲਾਹ ਮੰਨਣੀ ਲਾਜ਼ਮੀ ਹੋਊਗੀ ਪ੍ਰੈਜ਼ੀਡੈਂਟ ਸਾਹਿਬ ਨੂੰ। ਓਕੇ। ਤਾਂ ਇਹਦੇ 'ਚ ਉਹਨੇ ਕਹਿਤਾ ਸੀ ਕਿ ਜਿਹੜਾ ਕੋਲੀਜ਼ੀਅਮ ਹੋਊਗਾ ਇਹਦੇ 'ਚ ਚੀਫ ਜਸਟਿਸ ਆਫ ਇੰਡੀਆ ਪਲੱਸ 4 ਸੀਨੀਅਰ ਜੱਜ ਸੁਪਰੀਮ ਕੋਰਟ ਦੇ ਹੋਣਗੇ। ਬਾਕੀ ਜੇ ਚੀਫ ਜੱਜ ਹਾਈ ਕੋਰਟ ਦਾ ਅਪਾਇੰਟ ਕਰਨਾ ਉਹਦੇ ਲਈ ਚੀਫ ਜਸਟਿਸ ਆਫ ਇੰਡੀਆ ਤਾਂ ਬੈਠਣਗੇ, 2 ਸੀਨੀਅਰ ਜੱਜ ਹੋਣਗੇ ਜਿਹੜੇ ਕਿ ਪ੍ਰੈਜ਼ੀਡੈਂਟ ਦੁਆਰਾ ਹੋਣਗੇ ਇੱਥੇ, ਮਤਲਬ ਕਿ ਪ੍ਰੈਜ਼ੀਡੈਂਟ ਸਾਹਿਬ ਹੀ ਕਰਦੇ ਆ ਨਿਯੁਕਤੀ ਤਾਂ ਉਹਨਾਂ ਦੀ ਵੀ। ਠੀਕ ਆ। ਤੇ ਚੀਫ ਜਸਟਿਸ ਆਫ ਇੰਡੀਆ ਸੀਨੀਅਰ ਜੱਜ ਹੀ ਬਣੇਗਾ। ਨਾਲ ਕਿਹਾ ਸੀ ਵੀ ਜਿਹੜਾ ਚੀਫ ਜਸਟਿਸ ਆਫ ਇੰਡੀਆ ਬਣੂਗਾ ਨਾ, ਇਹ ਤਾਂ ਅਸੀਂ ਨਿਯੁਕਤੀ ਨੂੰ ਲੈ ਕੇ ਕਿ ਅਪਾਇੰਟਮੈਂਟ ਕਰਨੀ ਹੈ ਜੀ ਜੱਜ ਦੀ। ਤਾਂ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਚੀਫ ਜਸਟਿਸ ਆਫ ਇੰਡੀਆ ਤਾਂ ਜਿਹੜਾ ਸਭ ਤੋਂ ਸੀਨੀਅਰ ਮੋਸਟ ਪਰਸਨ ਹੋਊਗਾ, ਸੀਨੀਅਰ ਮੋਸਟ ਜੱਜ ਹੋਣਗੇ, ਉਹਨਾਂ ਨੂੰ ਹੀ ਚੀਫ ਜਸਟਿਸ ਆਫ ਇੰਡੀਆ ਅਪਾਇੰਟ ਕੀਤਾ ਜਾਊਗਾ। ਜੇ ਮਤਲਬ ਕਿ 2 ਉਲਟ ਫੈਸਲਾ ਹੋਵੇ ਤਾਂ ਚੀਫ ਜਸਟਿਸ ਆਫ ਇੰਡੀਆ ਸਿਫਾਰਸ਼ ਨਹੀਂ ਕਰ ਸਕਦਾ। ਜਿਵੇਂ ਕਿ ਆਪਾਂ ਦੇਖਿਆ ਵੀ ਕੋਲੀਜ਼ੀਅਮ ਦੇ ਵਿੱਚ ਦੇਖੋ ਬੱਚੇ 4 ਜਣੇ ਆਹ ਵਾਲੇ ਨੇ। ਠੀਕ ਆ। ਹੁਣ 4 ਦੇ ਵਿੱਚੋਂ 2 ਇੱਧਰ ਨੇ, 2 ਇੱਧਰ ਨੇ, ਤਾਂ ਜਿਹੜਾ ਫੈਸਲਾ ਐਵੇਂ ਆਊਗਾ ਚੀਫ ਜਸਟਿਸ ਉਹਨੂੰ ਅੱਗੇ ਰਿਕਮੈਂਡ ਨਹੀਂ ਕਰ ਸਕਦੇ। ਡਨ। ਫਿਰ 1998 ਦੇ ਵਿੱਚ ਅਗਲਾ ਕੇਸ ਆਉਂਦਾ, ਕੋਲੀਜ਼ੀਅਮ ਦੀ ਸਲਾਹ ਵਿੱਚ ਆਪਣੀ ਸਹਿਮਤੀ ਹੋਣੀ ਚਾਹੀਦੀ ਆ। ਓਕੇ। ਚਲੋ ਫਿਰ ਇਸ ਤੋਂ ਬਾਅਦ ਬੱਚੇ 2015 ਦੇ ਵਿੱਚ ਇੱਕ ਚੇਂਜ ਆਉਂਦਾ। ਕੀ ਆਉਂਦਾ? ਤਾਂ 2015 ਦੇ ਵਿੱਚ ਬਣਦੀ ਆ NJAC, ਯਾਨੀ ਕਿ ਨੈਸ਼ਨਲ ਜੁਡੀਸ਼ਰੀ ਅਪਾਇੰਟਮੈਂਟ ਕਮਿਸ਼ਨ। ਤਾਂ ਇਹ BJP ਗਵਰਨਮੈਂਟ ਲੈ ਕੇ ਆਈ ਸੀ, ਬਣੀ ਸੀ 2014 ਦੇ ਵਿੱਚ। ਤਾਂ ਸੰਸ਼ੋਧਨ ਕਰਾਇਆ ਸੀਗਾ 99 ਨੰਬਰ ਦਾ ਸੰਸ਼ੋਧਨ ਹੋਇਆ ਸੀ 2014 ਦੇ ਵਿੱਚ। ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ 2014 ਦੇ ਵਿੱਚ ਹੋਈ ਸੀ। ਇਹਨੇ ਕਿਹਾ ਕਿ ਕੋਲੀਜ਼ੀਅਮ ਤਾਂ ਖਤਮ ਕਰ ਦਿਓ ਤੇ ਜਿਹੜਾ NJAC ਆ ਇਹਨੂੰ ਸ਼ੁਰੂ ਕਰੋ। ਇਹਦੇ 'ਚ ਚੀਫ ਜਸਟਿਸ ਆਫ ਇੰਡੀਆ ਹੋਊਗਾ। ਠੀਕ ਆ। ਜਿਹੜੇ ਸੀਨੀਅਰ 4 ਜੱਜ ਸੀ ਉਹ ਹੁਣ 2 ਸੀਨੀਅਰ ਜੱਜ ਹੋਣਗੇ ਤੇ ਇਦੋਂ ਬਾਅਦ ਇੱਕ ਜਿਹੜਾ ਲਾਅ ਮਿਨਿਸਟਰ ਆ ਉਹ ਵਾਲਾ ਬੰਦਾ ਹੋਊਗਾ ਇੱਥੇ, ਔਰ 2 ਹੋਰ ਪਰਸਨ ਨੇ ਜਿਹੜੇ ਗਵਰਨਮੈਂਟ ਵੱਲੋਂ ਹੋਣਗੇ। ਤਾਂ ਬੱਚੇ ਆਹ ਵਾਲਾ ਸਿਸਟਮ ਕਿਹਾ ਇਹਨਾਂ ਨੇ। ਤਾਂ ਸੁਪਰੀਮ ਕੋਰਟ ਨੇ ਕਿਹਾ ਵੀ ਜੁਡੀਸ਼ਰੀ ਦੇ ਮਾਮਲੇ ਦੇ ਵਿੱਚ ਬਾਕੀ ਬੰਦੇ ਬਾਹਰੋਂ ਪਾਏ ਜਾ ਰਹੇ ਆ ਔਰ ਸਾਡੀ ਇੰਡੀਪੈਂਡੈਂਟ ਆ ਜਿਹੜੀ ਉਹ ਤਾਂ ਖਤਮ ਹੋ ਜੂਗੀ ਨਾ। ਤਾਂ ਉਹਨਾਂ ਨੇ ਕਿਹਾ ਵੀ ਕੋਲੀਜ਼ੀਅਮ ਹੀ ਚੱਲੂਗਾ, ਇਹਨੂੰ ਅਸੀਂ ਨਲ ਐਂਡ ਵਾਇਡ ਜਾਂ ਫਿਰ ਅਨਕਨਸਟੀਟਿਊਸ਼ਨਲ ਡਿਕਲੇਅਰ ਕਰਦੇ ਹਾਂ। ਤਾਂ NJAC ਦਾ ਸਿਸਟਮ ਜਿਹੜਾ ਉਹਨੂੰ ਬਿਲਕੁਲ ਖਤਮ ਕਰ ਦਿੱਤਾ ਗਿਆ ਸੀ। ਜੇ ਆਪਾਂ 100 ਦੀ ਗੱਲ ਕਰੀਏ ਤਾਂ ਇਹ ਤਾਂ ਉਹ
ਸੁਪਰੀਮ ਕੋਰਟ ਆ ਚਾਹੇ ਹਾਈ ਕੋਰਟ ਆ, ਦੋਨਾਂ ਦੀ ਸਹੁੰ ਦੀ ਗੱਲ ਕਰਦੇ ਆਪਾਂ। ਸੁਪਰੀਮ ਕੋਰਟ ਦੀ ਸਹੁੰ ਜਿਹੜੀ ਚੀਫ ਜਸਟਿਸ ਆਫ ਇੰਡੀਆ ਦੀ ਆ ਉਹਨੂੰ ਰਾਸ਼ਟਰਪਤੀ ਖਵਾਉਂਦੇ ਆ, ਜਾਂ ਫਿਰ ਉਹਦੀ ਜਗ੍ਹਾ ਤੇ ਕੋਈ ਬੰਦਾ ਜਿਹੜਾ ਅਪਾਇੰਟ ਕਰਨ ਉਹ ਆ ਸਕਦਾ। ਬਾਕੀ ਜੱਜਸ ਨੂੰ ਚੀਫ ਜਸਟਿਸ ਆਫ ਇੰਡੀਆ ਮਤਲਬ ਜਿਹੜਾ ਮੁੱਖ ਜੱਜ ਹੋਊਗਾ ਉਹਨੂੰ ਰਾਸ਼ਟਰਪਤੀ ਆਪ ਸਹੁੰ ਖਵਾਉਂਦੇ ਆ, ਤੇ ਬਾਕੀ ਜੱਜਾਂ ਨੂੰ ਫਿਰ ਉਹ ਜਿਹੜਾ ਮੁੱਖ ਜੱਜ ਹੋਊਗਾ ਉਹ ਖਵਾ ਦੂਗਾ। ਹਾਈ ਕੋਰਟ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਜੱਜ ਹੋਊਗਾ, ਹਾਲਾਂਕਿ ਉਹਨੂੰ ਅਪਾਇੰਟ ਪ੍ਰੈਜ਼ੀਡੈਂਟ ਸਾਹਿਬ ਦੁਆਰਾ ਕੀਤਾ ਜਾਂਦਾ, ਬਟ ਉਹਨੂੰ ਸਹੁੰ ਗਵਰਨਰ ਦੇ ਦੁਆਰਾ ਖਵਾਈ ਜਾਂਦੀ ਆ। ਔਰ ਜੇ ਆਪਾਂ ਗੱਲ ਕਰੀਏ ਬਾਕੀ ਜੱਜ, ਉਹਨਾਂ ਨੂੰ ਜਿਹੜਾ ਹਾਈ ਕੋਰਟ ਦਾ ਮੁੱਖ ਜੱਜ ਹੋਊਗਾ ਉਹ ਸਹੁੰ ਖਵਾ ਦੇਣਗੇ, ਠੀਕ ਆ। ਤੇ ਜੇ ਟੈਨਿਓਰ ਦੀ ਗੱਲ ਕਰੀਏ ਨਾ ਹਾਈ ਕੋਰਟ ਦਾ, ਦੇਖੋ ਬੱਚੇ ਇੰਪੋਰਟੈਂਟ ਫੈਕਟ ਹੀ ਦੱਸ ਰਿਹਾ ਮੈਂ ਤੁਹਾਨੂੰ, ਜਿਹੜੇ ਤੁਹਾਨੂੰ ਸਿੱਧੇ ਸਿੱਧੇ ਪੁੱਛੇ ਜਾ ਸਕਦੇ ਆ। ਦੇਖੋ ਚਾਹੇ ਤਾਂ ਹਾਈ ਕੋਰਟ ਆ ਚਾਹੇ ਸੁਪਰੀਮ ਕੋਰਟ ਆ, ਇਹਨਾਂ ਦਾ ਟੈਨਿਓਰ ਆ ਜਿਹੜਾ ਕਿਸੇ ਦਾ ਵੀ ਕਨਸਟੀਟਿਊਸ਼ਨ ਦੇ ਵਿੱਚ ਫਿਕਸ ਨਹੀਂ ਹੈਗਾ। ਤਾਂ ਬਸ ਇੱਥੇ ਸਾਨੂੰ ਪਤਾ ਵੀ ਜਿਹੜੀ ਮੈਕਸਿਮਮ ਏਜ ਆ, ਮੈਕਸਿਮਮ ਏਜ ਜ਼ਰੂਰ ਦਿੱਤੀ ਵੀ ਆ। ਜਿਹੜਾ ਸੁਪਰੀਮ ਕੋਰਟ ਆ, ਸੁਪਰੀਮ ਕੋਰਟ ਦੇ ਵਿੱਚ 65 ਸਾਲ ਆ, ਔਰ ਜਿਹੜਾ ਆਪਣਾ ਹਾਈ ਕੋਰਟ ਆ, ਹਾਈ ਕੋਰਟ ਦੇ ਵਿੱਚ ਪਹਿਲਾਂ 60 ਸਾਲ ਹੁੰਦੀ ਸੀ, ਫਿਰ ਵਧਾ ਕੇ ਇਹ 62 ਸਾਲ ਕਰ ਦਿੱਤੀ ਗਈ ਸੀ। ਕਲੀਅਰ ਆ। ਮਿਨੀਮਮ ਏਜ ਵੀ ਆਪਣੇ ਕੋਈ ਫਿਕਸ ਨਹੀਂ ਹੈਗੀ। ਸੈਲਰੀ ਆ ਤੇ ਦੋਵਾਂ ਨੂੰ ਕੰਸੋਲੀਡੇਟਡ ਫੰਡ ਆਫ ਇੰਡੀਆ ਦੇ ਵਿੱਚੋਂ ਜਾਂਦੀ ਆ। ਜਿਹੜੇ ਚੀਫ ਜਸਟਿਸ ਆਫ ਇੰਡੀਆ ਜਾਣੀ ਕਿ ਸੁਪਰੀਮ ਕੋਰਟ ਦੇ ਸਾਰੇ ਜੱਜ ਨੇ, ਤੇ ਚਾਹੇ ਚੀਫ ਆ ਚਾਹੇ ਬਾਕੀ ਜੱਜ ਨੇ, ਉਹਨਾਂ ਨੂੰ ਕੰਸੋਲੀਡੇਟਡ ਫੰਡ ਆਫ ਇੰਡੀਆ ਦੇ ਵਿੱਚੋਂ ਜਾਂਦੀ ਆ। ਜੇ ਤੁਹਾਨੂੰ ਪੁੱਛਿਆ ਜਾਵੇ ਵੀ ਜੱਜ ਦੀ ਜਿਹੜੀ ਸੈਲਰੀ ਆ ਉਹ ਕਿੰਨੀ ਆ, ਚੀਫ ਦੀ ਸਭ ਤੋਂ ਵੱਡੇ ਜੱਜ ਦੀ 2,80,000 ਰੁਪਏ ਪ੍ਰਤੀ ਮਹੀਨਾ ਤਨਖਾਹ ਜੱਜ ਦੀ ਆ, ਤੇ ਜਿਹੜੇ ਬਾਕੀ ਜੱਜ ਆ ਉਹਨਾਂ ਦੀ 2.5 ਲੱਖ ਰੁਪਏ ਪ੍ਰਤੀ ਮਹੀਨਾ ਬਾਕੀ ਜੱਜਸ ਦੀ ਜਿਹੜੀ ਸੈਲਰੀ ਆ ਉਹ ਬੜੀ ਹੈਗੀ ਆ। ਨਾਲ ਇਹਨਾਂ ਨੂੰ ਸੈਲਰੀ ਅਲਾਉੈਂਸ ਪੈਨਸ਼ਨ ਵਗੈਰਾ ਜਿਹੜੀ ਉਹ ਵੀ ਕੰਸੋਲੀਡੇਟਡ ਫੰਡ ਵਾਲੇ ਚੋਂ ਦਿੱਤੀ ਜਾਂਦੀ ਆ। ਤੇ ਜੇ ਆਪਾਂ ਗੱਲ ਕਰੀਏ ਜਿਹੜੇ ਹਾਈ ਕੋਰਟ ਆ, ਹਾਈ ਕੋਰਟ ਦੇ ਜੱਜ ਨੇ ਉਹਨਾਂ ਨੂੰ ਸੈਲਰੀ ਕੰਸੋਲੀਡੇਟਡ ਫੰਡ ਚੋਂ ਦਿੱਤੀ ਜਾਂਦੀ ਆ, ਇਹਨਾਂ ਨੂੰ ਵੀ, ਬਟ ਇਹਨਾਂ ਦਾ ਜਿਹੜਾ ਇਹ ਸਟੇਟ ਵਾਲੇ ਚੋਂ ਦਿੱਤੀ ਜਾਂਦੀ ਆ, ਠੀਕ ਆ, ਸਟੇਟ ਵਾਲੇ ਫੰਡ ਚੋਂ ਦਿੰਦੇ ਆ। ਤਾਂ ਇਹਦੇ 'ਚ ਬੱਚੇ ਕਿੰਨੀਆਂ, ਇਹਨਾਂ ਦੀ ਜਿਹੜਾ ਮੁੱਖ ਜੱਜ ਆ ਉਹਦੀ 2.5 ਲੱਖ ਆ, ਠੀਕ ਆ, ਤੇ ਜਿਹੜੇ ਬਾਕੀ ਨੇ ਉਹਨਾਂ ਦੀ 2,25,000 ਰੁਪਏ ਸੈਲਰੀ ਹੈ ਤੇ ਅਲਾਉੈਂਸ ਵਗੈਰਾ ਨੇ ਉਹਨਾਂ ਨੂੰ, ਠੀਕ ਆ। ਬਾਕੀ ਇੱਕ ਗੱਲ, ਹਾਈ ਕੋਰਟ ਦੇ ਸਾਰੇ ਜੱਜਸ ਨੂੰ ਜਿਹੜੀ ਪੈਨਸ਼ਨ ਆ ਉਹ ਕੰਸੋਲੀਡੇਟਡ ਫੰਡ ਆਫ ਇੰਡੀਆ ਦੇ ਵਿੱਚੋਂ ਦਿੱਤੀ ਜਾਂਦੀ ਆ। ਬਾਕੀ ਚੀਜ਼ਾਂ ਇਹਨਾਂ ਨੂੰ ਕੰਸੋਲੀਡੇਟਡ ਫੰਡ ਆਫ ਸਟੇਟ ਚੋਂ ਮਿਲਦੀਆਂ ਨੇ। ਬਟ ਇੱਥੇ ਇੱਕ ਐਕਸੈਪਸ਼ਨਲ ਜਿਹਾ ਪੁਆਇੰਟ ਆ ਵੀ ਜਿੰਨੇ ਹਾਈ ਕੋਰਟ ਦੇ ਜੱਜਸ ਹੋਣਗੇ ਉਹਨਾਂ ਨੂੰ ਜਿਹੜੀ ਪੈਨਸ਼ਨ ਆ ਉਹ ਕੰਸੋਲੀਡੇਟਡ ਫੰਡ ਆਫ ਇੰਡੀਆ ਦੇ ਵਿੱਚੋਂ ਜਾਊਗੀ। ਕਲੀਅਰ ਆ। ਬਾਕੀ ਜੇ ਕੋਈ ਹਟਾਉਣਾ ਹੋਵੇ ਤਾਂ ਰਾਸ਼ਟਰਪਤੀ ਦੁਆਰਾ ਹਟਾਇਆ ਜਾ ਸਕਦਾ। ਐਡਵਾਈਜ਼ ਕੀਤੀ ਆ ਉੱਥੇ, ਸੰਸਦ ਦੀ ਐਡਵਾਈਜ਼ ਕੰਪਲਸਰੀ ਆ, ਰਿਕਮੈਂਡੇਸ਼ਨ ਜਾਂ ਐਡਵਾਈਜ਼ ਸੰਸਦ ਦੀ ਜ਼ਰੂਰੀ ਆ। ਬਾਕੀ ਇਹਨਾਂ ਨੂੰ ਹਟਾਉਣ ਦੇ ਲਈ ਜੇ ਲੋਕ ਸਭਾ ਦੇ ਵਿੱਚੋਂ ਪ੍ਰਸਤਾਵ ਮਤਲਬ ਦੋਨੇ ਹਾਊਸ ਦੇ ਵਿੱਚੋਂ ਪਾਸ ਹੋਣਾ ਵੀ ਜ਼ਰੂਰੀ ਆ। ਇਹਨੂੰ ਮੈਂ ਅਰੇਜ਼ ਕਰ ਰਿਹਾ, ਤੁਸੀਂ ਨੋਟ ਕਰ ਲਿਆ ਹੋਊਗਾ। ਦੇਖੋ ਬੱਚੇ ਇੱਥੇ ਆਪਾਂ ਲਿਖ ਰਹੇ ਹਾਂ ਰਿਮੂਵਲ। ਰਿਮੂਵਲ ਕੌਣ ਦਿੰਦਾ? ਪ੍ਰੈਜ਼ੀਡੈਂਟ ਸਾਹਿਬ ਔਨ ਪਾਰਲੀਮੈਂਟ ਐਡਵਾਈਜ਼। ਤਾਂ ਆਹ ਬੱਚੇ ਕੰਪਲਸਰੀ ਆ ਪੁਆਇੰਟ, ਠੀਕ ਆ। ਔਰ ਇੱਥੇ ਪਾਸ ਹੋਣਾ ਚਾਹੀਦਾ। ਜਦੋਂ ਹੁਣ ਪਾਰਲੀਮੈਂਟ ਹੀ ਆ ਗਿਆ ਤਾਂ ਪਾਸ ਬੋਥ ਹਾਊਸ ਨਾ, ਤਾਂ ਦੋਨਾਂ ਹਾਊਸ ਦੇ ਵਿੱਚੋਂ ਤਾਂ ਹੀ ਸੰਸਦ ਬਣੂਗਾ, ਦੋਨਾਂ ਦੇ ਵਿੱਚੋਂ ਪਾਸ ਹੋਣਾ ਚਾਹੀਦਾ। ਹੁਣ ਇੱਥੇ ਪੁਆਇੰਟ ਆ ਵੀ ਜੇ ਲੋਕ ਸਭਾ ਦੇ ਵਿੱਚੋਂ ਪਾਸ ਹੋ ਰਿਹਾ ਤਾਂ 100 ਮੈਂਬਰਾਂ ਦੇ ਸਾਈਨ ਹੋਣੇ ਜ਼ਰੂਰੀ ਆ। ਜੇ ਰਾਜ ਸਭਾ ਦੇ ਵਿੱਚ ਮੈਂਬਰਾਂ ਦੀ ਗਿਣਤੀ ਘੱਟ ਆ ਤਾਂ ਇੱਥੇ ਸਾਈਨ ਵੀ ਫਿਰ ਘੱਟ ਹੀ ਚਾਹੀਦੇ ਸਾਨੂੰ। 50 ਸਾਈਨ ਬੰਦੇ ਕਰ ਦੇਣਗੇ, ਹੋ ਜਾਊਗਾ ਸ਼ੁਰੂ। ਜਿਹੜੇ ਹਾਊਸ ਦੇ ਵਿੱਚ ਸ਼ੁਰੂ ਹੋਊਗਾ ਉਹਦੇ 'ਚ ਫਿਰ ਇੱਕ ਕਮੇਟੀ ਬਣਦੀ ਆ 3 ਜਣਿਆਂ ਦੀ। ਚੀਫ ਜਸਟਿਸ ਆਫ ਇੰਡੀਆ ਉਹਦੇ ਹੈੱਡ ਹੋਣਗੇ, ਜਾਂ ਫਿਰ ਉਹ ਕੋਈ ਹੋਰ ਜੱਜ ਸੁਪਰੀਮ ਕੋਰਟ ਦੇ ਨੂੰ ਅਪਾਇੰਟ ਕਰ ਸਕਦੇ ਆ। ਤੇ ਹਾਈ ਕੋਰਟ ਦਾ ਚੀਫ ਜੱਜ ਹੋਣਗੇ, ਲੀਗਲ ਐਕਸਪਰਟੀ ਮਤਲਬ ਕਿ ਵਿਧੀ ਦੇ ਗਿਆਤਾ ਹੋਣਗੇ ਜਿਹੜੇ, ਮਤਲਬ ਉਹਨਾਂ ਨੂੰ ਅਪਾਇੰਟ ਕੀਤਾ ਜਾਊਗਾ। ਡਨ। ਬਾਕੀ ਹਟਿਆ ਕੋਈ ਨਹੀਂ ਇਸ ਤਰ੍ਹਾਂ, ਮਤਲਬ ਜਿਨ੍ਹਾਂ ਦੇ ਇਹ ਵਾਲਾ ਸਿਸਟਮ ਲੱਗਿਆ ਗਾ ਰਿਮੂਵਲ ਵਾਲਾ, ਕਿਉਂਕਿ ਰੰਜਨ ਗੋਗੋਈ ਸਾਹਿਬ ਤੇ ਵੀ ਲੱਗੇ ਸੀਗੇ, ਪਰ ਉਹ ਪਹਿਲਾਂ ਹੀ ਰੈਜ਼ਿਗਨੇਸ਼ਨ ਆਪਣਾ ਦੇ ਦਿੰਦੇ ਆ, ਉਹ ਤੋਂ ਪਹਿਲਾਂ ਅਸਤੀਫਾ ਦੇ ਦਿੰਦੇ ਨੇ। ਤੇ 1993 ਦੇ ਵਿੱਚ ਫਸਟ ਟਾਈਮ ਹੋਇਆ ਸੀਗਾ। ਜੇ ਤੁਹਾਨੂੰ ਅਜੇ ਵੀ ਇੰਪੀਚਮੈਂਟ ਦੇ ਵਿੱਚ ਤੁਹਾਨੂੰ ਕਨਫਿਊਜ਼ ਕੀਤਾ ਜਾ ਸਕਦਾ ਵੀ ਜਿਹੜਾ ਇੰਪੀਚਮੈਂਟ ਸ਼ਬਦ ਆ, ਇੰਪੀਚਮੈਂਟ ਵਰਡ ਆ, ਠੀਕ ਆ, ਇੰਪੀਚਮੈਂਟ ਵਰਡ ਓਨਲੀ ਪ੍ਰੈਜ਼ੀਡੈਂਟ ਸਾਹਿਬ ਲਈ ਯੂਜ਼ ਕੀਤਾ ਗਿਆ ਆਪਣੇ ਕਨਸਟੀਟਿਊਸ਼ਨ ਦੇ ਵਿੱਚ, ਸਿਰਫ ਔਰ ਸਿਰਫ ਪ੍ਰੈਜ਼ੀਡੈਂਟ ਦੇ ਲਈ ਆ। ਜੱਜ ਨੂੰ ਹਟਾਉਣ ਦੇ ਲਈ ਤਾਂ ਸਿਰਫ 2 ਬੇਸ ਨੇ ਸਾਡੇ ਕੋਲ, ਮਿਸਬਿਹੇਵੀਅਰ ਆ, ਇਨਕੈਪੈਸਿਟੀ ਆ, ਠੀਕ ਆ। ਬਾਕੀ ਜੇ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਕੁਆਲੀਫਿਕੇਸ਼ਨ ਇਹਦੀ ਕੀ ਹੁੰਦੀ ਹੈ, ਯੋਗਤਾਵਾਂ ਕੀ ਹੁੰਦੀਆਂ ਨੇ ਜੱਜ ਬਣਨ ਦੀਆਂ। ਤਾਂ ਬੱਚੇ ਦੇਖੋ ਜੁਡੀਸ਼ਰੀ ਟੌਪਿਕ ਦਾ ਤੁਹਾਡਾ ਕੁਐਸਚਨ ਦੇ ਇੱਕ ਦੇ ਨਾਲ ਹੀ ਪੂਰਾ ਹੋ ਜਾਊਗਾ। ਪਹਿਲਾਂ ਭਾਰਤ ਦਾ ਨਾਗਰਿਕ ਹੋਵੇ, ਹਾਈ ਕੋਰਟ ਦੇ ਵਿੱਚ ਜੇ ਉਹ ਜੱਜ ਆ ਤਾਂ 5 ਸਾਲ ਦਾ ਐਕਸਪੀਰੀਅੰਸ, ਜੇ ਵਕੀਲ ਆ ਤਾਂ 5 ਸਾਲ ਹੋਰ ਵਧਾ ਦਿਓ, 10 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ। ਓਕੇ। ਬਾਕੀ ਉਹਨੂੰ ਗਿਆਨ ਹੋਣਾ ਚਾਹੀਦਾ ਕਾਨੂੰਨ ਦਾ। ਸੰਵਿਧਾਨ ਦੇ ਵਿੱਚ ਉਮਰ ਤੇ ਮਿਨੀਮਮ ਤਾਂ ਆਪਾਂ ਨੂੰ ਦੱਸੀ ਨਹੀਂ ਗਈ, ਠੀਕ ਆ। ਤੇ ਹਾਈ ਕੋਰਟ ਦੀ ਗੱਲ ਕਰੀਏ, ਇਹ ਸੀਗੀ ਸੁਪਰੀਮ ਕੋਰਟ ਦੀ। ਹੁਣ ਆਪਾਂ ਇੱਥੇ ਹਾਈ ਕੋਰਟ ਦੀ ਦੇਖ ਲੈਂਦੇ ਹਾਂ। ਸਿਟੀਜ਼ਨ ਹੋਵੇ, ਡਿਸਟ੍ਰਿਕਟ ਕੋਰਟ ਦੇ ਵਿੱਚ ਜੱਜ ਆ ਤਾਂ 10 ਸਾਲ ਦਾ ਐਕਸਪੀਰੀਅੰਸ ਆ, ਜੇ ਐਡਵੋਕੇਟ ਆ ਤਾਂ ਵੀ
अपना 10 साल का। ओके, बाकी 124 तो 147 तक ਜਿਹੜੇ ਦੇ ਆਰਟੀਕਲ ਸੀਗੇ ਉਹ ਮੈਂ ਤੁਹਾਨੂੰ ਦੱਸ ਹੀ ਦਿੱਤੇ ਨੇ। ਬਾਕੀ ਜਿਹੜਾ ओरिजिनल ਜੁਰਿਸਡਿਕਸ਼ਨ ਹੁੰਦਾ, ਅਪੀਲੇਟ ਹੁੰਦਾ, ਐਡਵਾਈਜ਼ਰੀ ਹੁੰਦਾ, ਜੁਡੀਸ਼ੀਅਲ ਰਿਵਿਊ, ਰਿਟ ਪਾਵਰ, ਕੋਰਟ ਆਫ ਰਿਕਾਰਡ। ਹੁਣ ਜਿਹੜਾ ਤਾਂ ओरिजिनल ਜੁਰਿਸਡਿਕਸ਼ਨ ਹੁੰਦਾ, ਆਰੰਭਕ ਖੇਤਰ, ਇਹ ਦੋਨਾਂ ਕੋਲ ਹੁੰਦਾ, ਸੁਪਰੀਮ ਕੋਰਟ ਕੋਲ ਵੀ ਹੁੰਦਾ, ਹਾਈ ਕੋਰਟ ਕੋਲ ਵੀ ਹੁੰਦਾ। ਹੁਣ ओरिजिनल ਕਿਹੜਾ ਹੁੰਦਾ? ओरिजिनल ਉਹ ਵਾਲਾ ਹੁੰਦਾ ਜਿਹਦੇ 'ਚ ਆਪਾਂ ਸਿੱਧਾ ਉਹਦੇ ਤੱਕ ਮਸਲਾ ਲਿਜਾ ਸਕਦੇ ਹਾਂ, ਠੀਕ ਹੈ, ਡਾਇਰੈਕਟਲੀ ਜਾ ਸਕਦੇ ਹਾਂ ਉੱਥੇ। ਤੇ ਜਿਹੜਾ ਅਪੀਲੇਟ ਹੁੰਦਾ ਉਹ ਹੁੰਦਾ ਵੀ ਮਤਲਬ ਕਿ ਜਿਵੇਂ ਆਪਾਂ ਆਪਣਾ ਡਿਸਟ੍ਰਿਕਟ ਕੋਰਟ ਦੇ ਵਿੱਚੋਂ ਹਾਈ ਕੋਰਟ 'ਚ ਗਏ, ਹਾਈ ਕੋਰਟ ਤੋਂ ਬਾਅਦ ਆਪਾਂ ਸੁਪਰੀਮ ਕੋਰਟ ਦੇ ਵਿੱਚ ਜਾ ਰਹੇ ਹਾਂ, ਉਹਨੂੰ ਅਪੀਲ ਦੇ ਥਰੂ ਮਾਮਲਾ ਜਿਹੜਾ ਅੱਗੇ ਵਧੇ ਉਹਨੂੰ ਅਪੀਲੇਟ ਕਹਿ ਦਿੰਦੇ ਆ। ਐਡਵਾਈਜ਼ਰੀ ਸੁਪਰੀਮ ਕੋਰਟ ਕੋਲ ਆ ਸਿਰਫ, ਤੇ ਜਿਹੜਾ ਜੁਡੀਸ਼ੀਅਲ ਰਿਵਿਊ ਆ ਹੁੰਦਾ ਸੁਪਰੀਮ ਕੋਰਟ ਕੋਲ ਆ, ਪਰ ਇਹਦੀ ਵਰਤੋਂ ਹਾਈ ਕੋਰਟ ਵੀ ਕਰਦਾ। ਰਿਟ ਪਾਵਰ ਦੀ ਗੱਲ ਕਰੀਏ, ਸੁਪਰੀਮ ਕੋਰਟ ਤੇ ਹਾਈ ਕੋਰਟ ਦੋਨਾਂ ਕੋਲੇ ਹੁੰਦੀ ਆ। ਕੋਰਟ ਆਫ ਰਿਕਾਰਡ ਵੀ ਹਾਈ ਕੋਰਟ ਤੇ ਸੁਪਰੀਮ ਕੋਰਟ ਦੋਵਾਂ ਕੋਲ ਹੁੰਦਾ। ਡਨ। ਹੁਣ ਜਿਹੜਾ ओरिजिनल ਜੁਰਿਸਡਿਕਸ਼ਨ ਆ ਬੱਚੇ, ਹੁਣ ਦੇਖੋ ਕੁਐਸਚਨ ਆਪਣਾ ਕੀ ਕਹਿੰਦਾ ਸੀ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ। ਹੁਣ ਇਹਦੇ 'ਚ ਇਹਨਾਂ ਨੇ ਕੀ ਕਿਹਾ? ਸੈਂਟਰ ਐਂਡ ਸਟੇਟ ਦਾ ਰੌਲਾ, ਠੀਕ ਆ। ਤਾਂ ਹੁਣ ਇਹ ਆਊਗਾ ਆਪਣਾ ओरिजिनल ਜੁਰਿਸਡਿਕਸ਼ਨ ਦੇ ਵਿੱਚ, ਠੀਕ ਆ। ਤਾਂ ਹੁਣ ਇਹਦੇ 'ਚ ਕਿਉਂ ਆਊਗਾ? ਕਿਉਂਕਿ ਦੇਖੋ ਚਾਹੇ ਤਾਂ ਸੈਂਟਰ ਵਰਸਸ ਸਟੇਟ ਹੋਵੇ, ਇਹਦਾ ਕੋਈ ਡਿਸਪਿਊਟ ਹੋਵੇ, ਜਾਂ ਫਿਰ ਸਟੇਟ ਵਰਸਸ ਸਟੇਟ ਜਾਂ ਫਿਰ ਸਟੇਟਸ ਹੋਵੇ, ਯਾਨੀ ਕਿ ਜਿਹੜਾ ਸਰਕਾਰ ਦਾ ਤੇ ਸਰਕਾਰ ਦਾ ਰੌਲਾ ਹੋਵੇ, ਸਰਕਾਰ ਦਾ ਕਿਸੇ ਰਾਜ ਸਰਕਾਰ ਦਾ ਕੇਂਦਰ ਨਾਲ ਜਾਂ ਫਿਰ ਰਾਜ ਸਰਕਾਰ ਦਾ ਕਿਸੇ ਹੋਰ ਰਾਜ ਸਰਕਾਰ ਦੇ ਨਾਲ ਹੋਵੇ, ਦੈਨ ਇਹਦੇ 'ਚ ਆਪਣਾ ਇਹ ਵਾਲਾ ਮਸਲਾ ਹੈਗਾ ओरिजिनल ਦੇ ਵਿੱਚ ਆ ਜਾਂਦਾ। ਓਕੇ, ਚਲੋ। ਹੁਣ ਜਿਹੜਾ ਹਾਈ ਕੋਰਟ ਦਾ ਇਹ ਤਾਂ ਹੋ ਗਿਆ ओरिजिनल ਜੁਰਿਸਡਿਕਸ਼ਨ, ਹੋ ਗਿਆ ਸੁਪਰੀਮ ਕੋਰਟ ਦਾ। ਜਿਹੜਾ ਆਹ ਵਾਲਾ ਮੈਂ ਤੁਹਾਨੂੰ ਦੱਸਿਆ ਇਹ ਤਾਂ ਆ ਗਿਆ ਆਪਣਾ ਸੁਪਰੀਮ ਕੋਰਟ ਦਾ, ਠੀਕ ਆ। ਤਾਂ ਹੁਣ ਇਹਦੇ 'ਚ ਫਿਰ ਹਾਈ ਕੋਰਟ ਦਾ ਕੀ ਹੋਇਆ? ਹਾਈ ਕੋਰਟ ਦੇ ਵਿੱਚ ਕੀ ਹੁੰਦਾ? ਜਿਵੇਂ ਕਿ ਫੰਡਾਮੈਂਟਲ ਡਿਊਟੀਜ਼ ਆ ਉਹ ਵੀ ਇਹਦੇ 'ਚ ਹੁੰਦਾ, ਕੋਈ ਰਿਵੈਨਿਊ ਮੈਟਰ ਆ ਉਹ ਵੀ ਇਹਦੇ 'ਚ ਆ ਜਾਂਦਾ। ਤਾਂ ਉਹ ਹਾਈ ਕੋਰਟ ਦੇ ओरिजिनल ਜੁਰਿਸਡਿਕਸ਼ਨ ਹੁੰਦੇ ਆ। ਤੇ ਅਪੀਲੇਟ ਕੀ ਹੁੰਦਾ? ਉਹ ਮਾਮਲੇ ਜਿਹੜੇ ਅਪੀਲ ਦੇ ਥਰੂ ਆਉਂਦੇ ਆ, ਠੀਕ ਆ। ਜਿਵੇਂ ਕਿ ਕੋਈ ਕਨਸਟੀਟਿਊਸ਼ਨਲ ਮੈਟਰ ਨੇ, ਸਿਵਲ ਮੈਟਰ ਨੇ, ਕ੍ਰਿਮੀਨਲ ਮੈਟਰ ਨੇ, ਸਪੈਸ਼ਲ ਲੀਵ ਦਾ ਕੋਈ ਮੈਟਰ ਆ, ਠੀਕ ਆ। ਸ਼ੁਰੂ ਦੇ ਵਿੱਚ ਵੈਸੇ 20,000 ਰੁਪਈਆ ਤੱਕ ਤਾਂ ਸਿਵਲ 'ਚ ਤੈਅ ਰੱਖੀ ਸੀ, ਪਰ 1992 ਦੇ ਵਿੱਚ ਇਹ ਲਿਮਟ ਸੀ ਜਿਹੜੀ ਉਹ ਖਤਮ ਕਰ ਦਿੱਤੀ ਗਈ। ਬਾਕੀ CBI ਨੂੰ ਸੁਪਰੀਮ ਕੋਰਟ ਨੇ ਕੇਸਡ ਪੈਟ ਕਿਹਾ ਕੋਲਗੇਟ ਐਲੋਕੇਸ਼ਨ ਸਕੈਮ ਦੇ ਵਿੱਚ। ਇਹ ਵੀ ਸਿੱਧਾ ਫੈਕਟ ਪੁੱਛਿਆ ਜਾ ਸਕਦਾ ਵੀ ਕੇਸਡ ਪੈਟ ਯਾਨੀ ਕਿ ਪਿੰਜਰੇ ਦੇ ਵਿੱਚ ਬੰਦ ਤੋਤਾ ਕਿਹਨੂੰ ਕਿਹਾ? CBI ਨੂੰ। ਕਿਹਨੇ ਕਿਹਾ? ਸੁਪਰੀਮ ਕੋਰਟ ਨੇ। ਕਿਹੜੇ ਕੇਸ ਦੇ ਵਿੱਚ ਕਿਹਾ? ਕੋਲਗੇਟ ਐਲੋਕੇਸ਼ਨ ਸਕੈਮ ਹੋਇਆ ਸੀ, ਉਹਦੇ ਲਈ ਇਹ ਵਾਲਾ ਸਿਸਟਮ ਆ ਜਿਹੜਾ ਉਹ ਕਿਹਾ ਗਿਆ ਸੀ। ਓਕੇ ਬੱਚੇ, ਦੇਖੋ ਇਹਦੇ ਬਾਰੇ ਆਪਾਂ ਹੁਣ ਇੰਨੇ ਫੈਕਟ ਕਰ ਲਏ। ਬਾਕੀ ਜਿਨ੍ਹਾਂ ਨੇ ਉਹ ਵਾਲੀ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਉਹਨੂੰ ਪਲੀਜ਼ ਜ਼ਰੂਰ ਦੇਖਿਓ। ਤਾਂ ਜਿੰਨੇ ਕੁ ਫੈਕਟ ਆਪਣੇ ਕੁਐਸਚਨ ਦੇ ਨਾਲ ਬਣ ਸਕਦੇ ਸੀ ਉਨੇ ਕੁ ਆਪਾਂ ਇੱਥੇ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਆ। ਬਾਕੀ ਸੁਪਰੀਮ ਕੋਰਟ ਕਿਹੜੇ ਰੋਡ ਦੇ ਉੱਤੇ ਆ, ਇਹ ਤੁਹਾਡੇ ਲਈ ਕੁਐਸਚਨ ਆ ਬੱਚੇ ਅੱਜ ਦਾ। ਸੁਪਰੀਮ ਕੋਰਟ ਕਿਹੜੇ ਰੋਡ ਦੇ ਉੱਤੇ ਆ? ਦਿੱਲੀ ਦੇ ਵਿੱਚ ਆ, ਤੁਹਾਨੂੰ ਸਭ ਨੂੰ ਪਤਾ ਵੀ ਕਿੱਥੇ ਆ। ਇੱਕ ਤਾਂ ਤੁਸੀਂ ਇਹ ਦੱਸਣਾ, ਇੱਕ ਕੁਐਸਚਨ ਤੁਸੀਂ ਇਹਦੇ ਲਈ ਹੋਰ ਦੱਸਣਾ ਕਿ ਜਦੋਂ ਕਿਹਾ ਗਿਆ ਸੀ ਵੀ ਜਿਹੜੀ ਆਪਣੀ ਹਾਈ ਕੋਰਟ ਆ, ਹਾਈ ਕੋਰਟ ਦੇ ਵਿੱਚ ਐਡੀਸ਼ਨਲ ਤੇ ਐਕਟਿੰਗ ਜੱਜ ਨੇ ਜਿਹੜੇ ਅਪਾਇੰਟ ਕੀਤੇ ਜਾ ਸਕਦੇ ਆ, ਉਹ ਕਿਹੜੀ ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਹੋਈ ਸੀ ਤੇ ਜਿਹਦੇ ਨਾਲ ਇਹ ਵਾਲਾ ਸਿਸਟਮ ਜਿਹੜਾ ਕੀਤਾ ਗਿਆ ਸੀ, ਔਰ ਕਿਹਾ ਸੀ ਵੀ ਇੱਕ ਹਾਈ ਕੋਰਟ ਇੱਕ ਜਾਂ ਵੱਧ ਸਟੇਟਸ ਦੀ ਸਾਂਝੀ ਆ ਜਿਹੜੀ ਕਾਮਨ ਹੋ ਸਕਦੀ ਆ। ਇਹਨੂੰ ਤੁਸੀਂ ਦੱਸਣਾ, ਇੱਕ ਇਹ ਵਾਲੀ ਅਮੈਂਡਮੈਂਟ, ਔਰ ਇੱਕ ਦੱਸਣੀ ਆ ਤੁਸੀਂ ਜਦੋਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਤੇ ਇੱਥੇ ਆਈ ਥਿੰਕ ਜੇ ਮੈਂ ਅਰੇਜ਼ ਨਾ ਕੀਤਾ ਹੋਵੇ ਕਿ 60 ਤੋਂ ਉਮਰ ਵਧਾ ਕੇ 62 ਸਾਲ ਰਿਟਾਇਰਮੈਂਟ ਦੀ ਕੀਤੀ ਗਈ ਸੀ, ਉਹ ਕਿਹੜੀ ਅਮੈਂਡਮੈਂਟ ਦੇ ਨਾਲ ਹੋਇਆ? ਤਾਂ ਬੱਚੇ ਇਹਦਾ ਆਨਸਰ ਮੈਂ ਤੁਹਾਨੂੰ ਇੱਥੇ ਵੀਡੀਓ ਦੇ ਬਾਅਦ ਦੇ ਵਿੱਚ ਕੱਲ ਸਵੇਰ ਤੱਕ ਪ੍ਰੋਵਾਈਡ ਕਰਵਾ ਦਾਂਗਾ। ਬਾਕੀ ਜਿਨ੍ਹਾਂ ਨੇ ਵੀਡੀਓ ਦੇਖੀ ਦੈਨ ਆਨਸਰ ਜ਼ਰੂਰ ਕਰਿਓ, ਔਰ ਨਾਲ ਇਹਦਾ ਟੈਲੀਗ੍ਰਾਮ ਦੇ ਉੱਪਰ ਆਨਸਰ ਵੀ ਪ੍ਰੋਵਾਈਡ ਕੀਤਾ ਜਾਊਗਾ। ਓਕੇ, ਇਹ ਤਾਂ ਸੀ ਬੱਚੇ ਇੱਕ ਬੇਸਿਕ ਪੁਆਇੰਟ ਸੀਗੇ। ਇੱਕ ਚਲੋ ਮੈਂ ਤੁਹਾਨੂੰ ਹੋਰ ਦੱਸ ਦਿੰਦਾ। ਹੁਣ ਜੇ ਹਾਈ ਕੋਰਟ ਦੀ ਗੱਲ ਕਰੀਏ ਤਾਂ ਪਹਿਲੀ ਹਾਈ ਕੋਰਟ ਆਪਣੇ ਬਣੀ ਸੀ 1862 ਦੇ ਵਿੱਚ ਬਣੀ ਸੀ, ਔਰ ਕਲਕੱਤੇ, ਬੰਬੇ, ਮਦਰਾਸ ਜਿਹੜੀਆਂ ਕਿ ਅੰਗਰੇਜ਼ਾਂ ਦੀਆਂ ਮੇਨ ਪ੍ਰੈਜ਼ੀਡੈਂਸੀ ਸੀਗੀਆਂ ਉਹਨਾਂ ਦੇ ਵਿੱਚ ਇਸਟੈਬਲਿਸ਼ਮੈਂਟ ਕੀਤੀ ਗਈ ਸੀ। ਆਰਟੀਕਲ 214 ਤੋਂ 200 ਇਹ ਤਾਂ ਮੈਂ ਤੁਹਾਨੂੰ ਪਹਿਲਾਂ ਇੱਥੇ ਲਿਖਾਈ ਦਿੱਤਾ, ਠੀਕ ਆ। ਤਾਂ ਤੁਸੀਂ ਇਹ ਵਾਲੇ ਆਰਟੀਕਲਸ ਨੇ ਜਿਹੜੇ ਇਹਨਾਂ ਨੂੰ ਵੀ ਤੁਸੀਂ ਦੇਖ ਸਕਦੇ ਹੋ। ਓਕੇ ਚਲੋ ਬੱਚੇ, ਪਹਿਲਾ ਕੁਐਸਚਨ ਆਪਣਾ ਹੁਣ ਡਨ। ਆਪਾਂ ਹੁਣ ਦੂਸਰੇ ਕੁਐਸਚਨ ਵੱਲ ਮੂਵ ਆਨ ਕਰਦੇ ਹਾਂ। ਦੂਸਰਾ ਕੁਐਸਚਨ ਦੇਖੋ ਕੀ ਕਹਿੰਦਾ, ਕਿਹਦੇ ਨਾਲ ਰਿਲੇਟਡ ਆ? ਇਹ DPSP ਦੇ ਨਾਲ ਰਿਲੇਟਡ ਆ। ਇਹ ਵੀ ਐਗਜ਼ਾਮ ਦਾ ਕੁਐਸਚਨ ਆ, ਮੈਂ ਆਪਣੇ ਕੋਲੋਂ ਕੋਈ ਕੁਐਸਚਨ ਫਰੇਮ ਨਹੀਂ ਕੀਤਾ। ਤਾਂ ਦੇਖੋ ਬੱਚੇ, ਇਹ ਕੁਐਸਚਨ ਦੇ ਵਿੱਚ ਕੀ ਆ, ਇਹਨਾਂ ਨੇ ਮਤਲਬ ਕਿ ਤੁਹਾਨੂੰ ਦੋ ਸਟੇਟਮੈਂਟ ਨੇ, ਤਾਂ ਇਹਨਾਂ ਨੇ ਵਿੱਚ ਪੁੱਛਿਆ ਇਹਨਾਂ ਨੇ ਵੀ ਇਹਦਾ ਕਰੈਕਟ ਆਨਸਰ ਜਿਹੜਾ ਉਹ ਕੀ ਆ। ਦੇਖੋ ਬੱਚੇ, ਜਿਹੜੀ ਟ੍ਰੈਫਿਕ ਇਨ ਹਿਊਮਨ ਬੀਇੰਗ ਹੈ ਤਾਂ ਤੁਹਾਨੂੰ ਪਤਾ ਵੀ ਫੰਡਾਮੈਂਟਲ ਰਾਈਟਸ ਦੇ ਵਿੱਚ ਹੀ ਆ, ਐਂਡ ਫਾਰਮਡ ਲੇਬਰ ਵਗੈਰਾ ਵਗੈਰਾ ਤੁਸੀਂ ਦੇਖੇ ਵੀ ਹੋਣਗੇ। ਸੋ ਇਸ ਤੋਂ ਬਾਅਦ ਜਿਹੜਾ ਕੰਜੰਪਸ਼ਨ ਹੁੰਦਾ ਹੈਗਾ ਆਪਣਾ
ਮੈਡੀਸਿਨਲ ਪਰਪਸ ਜਾਂ ਫਿਰ ਡਰਿੰਕਸ ਵਗੈਰਾ ਨੇ, ਡਰੱਗਸ ਨੇ, ਇੰਜੂਰੀਅਸ ਟੂ ਹੈਲਥ, ਵੀ ਕੀ ਇਹ ਇਹਦੇ 'ਚ ਹੈਗਾ? ਦੂਸਰਾ ਤਾਂ ਹੈਗਾ ਹੀ ਹੈਗਾ, ਤਾਂ ਆ ਹੈ ਨਹੀਂ, ਆ ਹੈਗਾ, ਤੇ ਪਹਿਲਾ ਆ ਵੀ, ਤਾਂ ਬੀ ਆਪਸ਼ਨ ਕਰੈਕਟ। ਤਾਂ ਤੁਸੀਂ ਇਹਨੂੰ ਦੇਖ ਸਕਦੇ ਹੋ। ਬਾਕੀ ਬੱਚੇ ਜਿਨ੍ਹਾਂ ਨੇ DPSP ਨਹੀਂ ਦੇਖਿਆ ਉਹਦੇ ਬਾਰੇ ਵੀ ਆਪਾਂ ਆਪਣੇ ਚੈਨਲ ਦੇ ਉੱਤੇ ਵੀਡੀਓ ਪਾਈ ਹੋਈ ਆ, ਪੂਰਾ ਤੁਹਾਨੂੰ ਡਿਟੇਲ ਦੇ ਵਿੱਚ ਐਕਸਪਲੇਨ ਕਰਵਾਇਆ ਵਾ DPSP ਨੂੰ, ਠੀਕ ਆ। ਬਾਕੀ ਅੰਬੇਦਕਰ ਜੀ ਨੇ ਕਿਹਾ DPSP ਨੂੰ, ਕੀ ਕਿਹਾ ਉਹਨਾਂ ਨੇ? ਨੋਵਲ ਫੀਚਰਸ ਆਫ ਕਨਸਟੀਟਿਊਸ਼ਨ। ਨੋਵਲ ਫੀਚਰ ਕਿਹਨੂੰ ਕਿਹਾ ਗਿਆ? DPSP ਨੂੰ। ਕਿਹਨਾਂ ਦੁਆਰਾ ਕਿਹਾ ਗਿਆ ਸੀ? ਡਾਕਟਰ BR ਅੰਬੇਦਕਰ ਜੀ ਦੁਆਰਾ। ਉਹਨਾਂ ਨੇ ਹਾਰਟ ਐਂਡ ਸੋਲ ਆਰਟੀਕਲ 32 ਨੂੰ ਕਿਹਾ ਸੀਗਾ, ਜਦ ਕਿ ਬਾਕੀ ਪ੍ਰੈਂਬਲ ਨੂੰ ਕਿਹਾ ਜਾਂਦਾ, ਬਟ ਉਹਨਾਂ ਦੇ ਦੁਆਰਾ ਆਰਟੀਕਲ 32 ਜਦ ਕਿ ਸਾਡੇ ਫੰਡਾਮੈਂਟਲ ਰਾਈਟਸ ਦਾ ਹਨਨ ਹੋ ਜਾਂਦਾ, ਦੈਨ ਅਸੀਂ ਸੁਪਰੀਮ ਕੋਰਟ ਦੇ ਕੋਲ ਸਿੱਧਾ ਜਾ ਸਕਦੇ ਹਾਂ। ਉਹ ਆਰਟੀਕਲ 32 ਦੇ ਵਿੱਚ ਆ, ਰਾਈਟ ਟੂ ਰੈਮਡੀਜ਼ ਕਹਿੰਦੇ ਆ ਜਿਹਨੂੰ ਅਸੀਂ। ਤਾਂ ਅੰਬੇਦਕਰ ਨੇ ਉਹਨਾਂ ਨੂੰ ਵੀ ਇਹ ਵਾਲਾ ਸ਼ਬਦ ਆ ਜਿਹੜਾ ਯੂਜ਼ ਕੀਤਾ ਸੀਗਾ, ਕਿਹੜਾ? ਸੰਵਿਧਾਨ ਦੀ ਆਤਮਾ। ਹੁਣ ਇਹਦੇ 'ਚ ਕੀ ਆ? ਜਿਹੜਾ DPSP ਆ ਇਹ ਆਪਣੇ ਕਿੰਨੇ ਪਾਰਟ ਦੇ ਵਿੱਚ ਆ? ਪਾਰਟ ਆਪਣਾ 4 ਦੇ ਵਿੱਚ ਆ। ਔਰ ਇਹਦਾ ਜਿਹੜਾ ਸੋਰਸ ਆ, ਯਾਨੀ ਕਿ ਕਿੱਥੋਂ ਅਸੀਂ ਇਹਨਾਂ ਨੂੰ ਅਡੋਪਟ ਕੀਤਾ, ਇਹ ਅਸੀਂ ਅਡੋਪਟ ਕੀਤੇ ਆ ਆਇਰਲੈਂਡ ਤੋਂ, ਠੀਕ ਆ। ਮਤਲਬ ਆਇਰਲੈਂਡ ਦੇ ਵਿੱਚ ਇਹਨੂੰ ਕੀ ਕਹਿੰਦੇ ਅਸੀਂ ਇਹਦੇ ਸੰਵਿਧਾਨ ਨੂੰ? ਆਇਰਸ ਕੌਨਸਟੀਟਿਊਸ਼ਨ ਕਹਿੰਦੇ ਆ। 1937 ਇਹਨਾਂ ਨੇ ਸਪੈਨਿਸ਼ ਤੋਂ ਕਾਪੀ ਕਰੇ ਨੇ, ਆਪਾਂ ਆਇਰਸ ਤੋਂ ਕਾਪੀ ਕਰੇ ਨੇ, ਤਾਂ ਆਇਰਲੈਂਡ ਆਪਣਾ ਆ ਗਿਆ। ਬਾਕੀ ਇਹਨਾਂ ਦੀ ਗੱਲ ਕਰੀਏ DPSP, ਤਾਂ ਤੁਹਾਨੂੰ ਇਹ ਵੀ ਬਣ ਸਕਦਾ ਵੀ ਇਹਨਾਂ ਦੇ ਵਿੱਚ ਡਿਫਰੈਂਸ ਆ ਸਕਦਾ ਤੁਹਾਨੂੰ, ਇਹ ਨੌਨ ਜਸਟਿਸੇਬਲ ਹੁੰਦੇ ਆ ਔਰ ਬਾਉਂਡਡ ਵੀ ਨਹੀਂ ਹੁੰਦੇ, ਬਾਉਂਡਡ ਵੀ ਨਹੀਂ ਹੈਗੇ, ਠੀਕ ਆ। ਬਾਕੀ ਬੱਚੇ ਦੇਖੋ ਆਇਰਸ ਦੇ ਆਰਟੀਕਲ 45 ਉਹਨਾਂ ਦੇ ਸੰਵਿਧਾਨ ਦੇ ਵਿੱਚ ਆਰਟੀਕਲ 45 ਆ 45, ਜਿੱਥੋਂ ਅਸੀਂ ਇਹਨੂੰ ਕੀਤਾ ਹੋਇਆ ਅਡੋਪਟ ਕੀਤਾ ਸੀ ਨਾ, ਤਾਂ ਇਹ ਵਾਲਾ ਸੀ। ਬਾਕੀ ਇਹਦੇ ਚੋਂ ਇੰਪੋਰਟੈਂਟ ਨੇ ਜਿਹੜੇ, ਉਹ ਤਾਂ ਮੈਂ ਤੁਹਾਨੂੰ ਪਹਿਲਾਂ ਕਰਵਾਏ ਹੋਏ ਆ ਬੱਚੇ, ਤੁਸੀਂ ਉਹਨੂੰ ਵੀ ਦੇਖ ਸਕਦੇ ਹੋ। ਬਾਕੀ ਇਹਦੇ 'ਚ ਇੱਕ ਇੰਪੋਰਟੈਂਟ ਆਰਟੀਕਲ ਆ ਆਰਟੀਕਲ 40, ਇਹ ਪੰਚਾਇਤ ਨੂੰ ਲੈ ਕੇ ਸੀਗਾ, ਵਿਲੇਜ ਪੰਚਾਇਤ ਨੂੰ, ਜਦੋਂ ਕਿ ਅੰਬੇਦਕਰ ਔਰ ਗਾਂਧੀ ਜੀ ਦੇ ਵਿਚਾਲੇ ਇਹਨੂੰ ਲੈ ਕੇ ਡਿਸਪਿਊਟ ਹੋ ਗਿਆ ਸੀ। ਤਾਂ ਇਹਦੇ 'ਚ DPSP ਦੇ ਵਿੱਚ ਆਰਟੀਕਲ 40 ਦੇ ਵਿੱਚ ਇਹਨੂੰ ਰੱਖਤਾ ਸੀ ਕਿ ਜਿਹੜੀ ਸਟੇਟ ਨੂੰ ਆਪਣੀ ਲੋੜ ਪੈਂਦੀ ਹੈ ਕਿ ਪੰਚਾਇਤ ਸਾਡੇ ਹੋਣੀਆਂ ਚਾਹੀਦੀਆਂ, ਦੈਨ ਉਹ ਫਾਰਮ ਕਰ ਸਕਦੇ ਆ ਆਪਣੇ ਗ੍ਰਾਸ ਰੂਟ ਲੈਵਲ ਤੇ, ਜਾਣੀ ਕਿ ਲੋਕਲ ਸੈਲਫ ਗਵਰਨਮੈਂਟ ਕਹਿੰਦੇ ਆ ਜਿਹਨੂੰ ਆਪਾਂ, ਤਾਂ ਉਹ ਫਾਰਮ ਕੀਤੀ ਜਾ ਸਕਦੀ ਆ। ਬਾਕੀ ਜਿਹੜੀ ਫ੍ਰੀ ਲੀਗਲ ਏਡ ਆ ਉਹ ਬਾਅਦ ਦੇ ਵਿੱਚ 39A ਆਰਟੀਕਲ ਜੋੜਿਆ ਗਿਆ ਸੀਗਾ 42ਵੀਂ ਸੋਧ 1976 ਦੇ ਨਾਲ, ਠੀਕ ਆ। ਬਾਕੀ ਆਰਟੀਕਲ 38 ਵੈਲਫੇਅਰ ਸਟੇਟ ਦੀ ਗੱਲ ਕਰਦਾ, ਔਰ 38 ਦਾ ਸਬ ਕਲੌਜ਼ 1 ਆ, ਉਹ ਸਾਡੇ ਕੋਲ ਸੋਸ਼ਲ, ਇਕਨੋਮਿਕ, ਪੋਲੀਟੀਕਲ, ਜਾਣੀ ਕਿ 3 ਤਰ੍ਹਾਂ ਦੇ ਜਸਟਿਸ ਨੇ ਜਿਹੜੇ, ਉਹਨਾਂ ਦੀ ਗੱਲ ਕਰਦਾ ਗਾ। ਤਾਂ ਬੱਚੇ ਇੰਪੋਰਟੈਂਟ ਇਹਦੇ ਚ ਆਹੀ ਨੇ। ਬਾਕੀ ਆਰਟੀਕਲ 41 ਆ ਜਿਹੜਾ ਰਾਈਟ ਟੂ ਵਰਕ, ਐਜੂਕੇਸ਼ਨ, ਪਬਲਿਕ ਅਸਿਸਟੈਂਟ ਆ, ਤਾਂ ਇਹਦੇ ਲਈ ਆ। ਬਾਕੀ ਗਰਭ ਅਵਸਥਾ ਦੇ ਵਿੱਚ ਜਿਹੜੀ ਛੁੱਟੀ ਮਿਲਦੀ ਆ ਉਹ ਆਰਟੀਕਲ 42 ਦੇ ਵਿੱਚ ਆ। ਤਾਂ 43 ਦੇ ਵਿੱਚ ਉਹਨਾਂ ਦੀਆਂ ਵੇਜਸ ਤੇ ਵਰਕਰਸ ਨੇ ਜਿਹੜੇ, ਉਹਨਾਂ ਦੀਆਂ ਤਨਖਾਹਾਂ ਭੱਤੇ ਵਗੈਰਾ ਨੇ। ਤੇ ਆਰਟੀਕਲ 43A ਆ ਜਿਹੜਾ ਉਹ 42ਵੀਂ ਸੋਧ ਦੇ ਨਾਲ ਐਡ ਕੀਤਾ ਗਿਆ। 43 ਦੇ ਵਿੱਚ ਜਿਹੜਾ B ਐਡ ਕੀਤਾ ਗਿਆ ਸੀ ਉਹ ਕੀਤਾ ਗਿਆ ਸੀਗਾ ਪ੍ਰਮੋਸ਼ਨ ਆਫ ਕੋਆਪਰੇਸ਼ਨ ਸੁਸਾਇਟੀ ਦੇ ਲਈ, ਇਹ 2011 ਦੇ ਵਿੱਚ ਐਡ ਕੀਤਾ ਗਿਆ ਸੀ। ਬਾਕੀ ਜਿਹੜੇ DPSP ਨੇ, DPSP ਨੂੰ 3 ਭਾਗਾਂ ਦੇ ਵਿੱਚ ਡਿਵਾਈਡ ਕਰਕੇ ਪੜ੍ਹਿਆ ਜਾਂਦਾ। ਇੱਕ ਤਾਂ ਹੁੰਦੇ ਨੇ ਸੋਸ਼ਲਿਸਟ ਪ੍ਰਿੰਸੀਪਲ ਯਾਨੀ ਕਿ ਸਿਧਾਂਤ, ਦੂਸਰੇ ਗਾਂਧੀਅਨ ਪ੍ਰਿੰਸੀਪਲ, ਤੀਸਰੇ ਲਿਬਰਲ। ਤਾਂ 3 ਤਰੀਕਿਆਂ ਦੇ ਵਿੱਚ ਵੰਡ ਕੇ ਜਾਂ 3 ਭਾਗਾਂ ਦੇ ਵਿੱਚ ਵੰਡ ਕੇ ਇਹਨੂੰ ਪੜ੍ਹਿਆ ਜਾਂਦਾ। ਬਾਕੀ ਜਿਹੜੇ ਗਾਂਧੀਵਾਦ ਵਾਲੇ ਨੇ ਆਰਟੀਕਲ ਉਹ ਹੈਗੇ ਨੇ 40, 43, 43B, 46, 47, 48। ਔਰ ਜਿਹੜੇ ਲਿਬਰਲ ਨੇ ਇਹ ਹੈਗੇ ਨੇ 44, 45, 48, 48A ਐਂਡ 50, 49, 51, ਠੀਕ ਆ। ਤੇ ਜੇ ਫੰਡਾਮੈਂਟਲ ਡਿਊਟੀਜ਼ ਦੀ ਗੱਲ ਕਰੀਏ ਉਹਨੂੰ ਇਹਦੇ ਨਾਲ ਰਿਲੇਟ ਨਹੀਂ ਕਰਨਾ, ਉਹ 51A ਆਰਟੀਕਲ ਬਾਅਦ ਦੇ ਵਿੱਚ ਜੋੜਿਆ ਗਿਆ ਸੀ, ਹੈ ਭਾਗ ਵੀ ਉਹਦੇ ਨਾਲ ਜੋੜਿਆ ਗਿਆ ਸੀ 4A, ਔਰ ਆਰਟੀਕਲ ਵੀ 51 ਦੇ ਨਾਲ ਜੋੜਿਆ ਗਿਆ ਸੀ 51A, ਓਕੇ। ਬਾਕੀ ਪਬਲਿਕ ਹੈਲਥ ਕਿੰਨੇ ਦੇ ਵਿੱਚ ਆਉਂਦੀ ਆ? 47 ਦੇ ਵਿੱਚ ਆਉਂਦੀ ਆ। ਤਾਂ ਇਹਦੇ ਵਿੱਚ ਹੀ ਆ ਡਰੱਗ ਵਗੈਰਾ ਨੇ ਜਿਹੜੇ, ਇਹਨਾਂ ਦੇ ਉੱਤੇ ਮਤਲਬ ਪਾਬੰਦੀਆਂ ਹੀ ਨੇ। ਚਲੋ ਬਾਕੀ ਆਰਟੀਕਲ 51 ਕੀ ਕਹਿੰਦਾ? ਇੰਟਰਨੈਸ਼ਨਲ ਪੀਸ ਆਫ ਸਿਕਿਉਰਿਟੀ। ਤੇ ਆਰਟੀਕਲ 50 ਕੀ ਕਹਿੰਦਾ? ਸੈਪਰੇਸ਼ਨ ਆਫ ਜੁਡੀਸ਼ਰੀ ਫਰੋਮ ਐਗਜ਼ੀਕਿਊਟਿਵ। ਆਰਟੀਕਲ 44 ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰਦਾ, ਜਿਵੇਂ ਕਿ 3 ਤਲਾਕ ਵਾਲਾ ਸਿਸਟਮ ਸੀਗਾ, ਓਕੇ। ਤਾਂ ਦੇਖੋ ਬੱਚੇ ਇਹ ਸੀਗੇ ਇੰਪੋਰਟੈਂਟ ਫੈਕਟ ਸੀਗੇ ਜਿਹੜੇ ਤੁਹਾਡੇ DPSP ਨੂੰ ਲੈ ਕੇ ਸੀ। ਬਾਕੀ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਉਹਨੂੰ ਪਲੀਜ਼ ਜ਼ਰੂਰ ਦੇਖਿਓ। ਤਾਂ ਬੱਚੇ ਦੇਖੋ ਤੁਹਾਨੂੰ ਇਹ ਵਾਲਾ ਟੌਪਿਕ ਆ ਜਿਹੜਾ DPSP ਪਲੱਸ
ਆਪਣਾ ਜੁਡੀਸ਼ਰੀ ਟੌਪਿਕ ਆਪਾਂ 2 ਕੁਐਸਚਨ ਦੇਖੇ ਆ ਤੇ 2 ਦੇ ਵਿੱਚੋਂ 2 ਟੌਪਿਕ ਤੁਹਾਡੇ ਕਵਰ ਕਰਵਾਉਣ ਦੀ ਕੋਸ਼ਿਸ਼ ਕੀਤੀ ਆ। ਅਗਰ ਵੀਡੀਓ ਔਰ ਇਨੀਸ਼ੀਏਟਿਵ ਦੋਨੋਂ ਤੁਹਾਨੂੰ ਪਸੰਦ ਆਏ, ਸਮਝਾਉਣ ਦਾ ਤਰੀਕਾ ਬਿਲਕੁਲ ਆਸਾਨ ਲੱਗ ਰਿਹਾ, ਦੈਨ ਵੀਡੀਓ ਲਾਈਕ ਨਹੀਂ ਕੀਤੀ, ਵੀਡੀਓ ਨੂੰ ਲਾਈਕ ਜ਼ਰੂਰ ਕਰੋ ਔਰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਅੱਗੇ ਵੀ ਸਾਂਝਾ ਕਰੋ। ਤੇ ਜਿਨ੍ਹਾਂ ਨੂੰ PDF ਚਾਹੀਦਾ ਉਹ ਸਾਡਾ ਟੈਲੀਗ੍ਰਾਮ ਜੁਆਇਨ ਕਰ ਸਕਦੇ ਆ। ਇਸ ਤੋਂ ਬਾਅਦ ਦੇਖੋ ਬੱਚੇ, ਤੁਹਾਨੂੰ 2018 ਦੇ ਵਿੱਚ ਇਹਨਾਂ ਨੇ ਡਾਇਰੈਕਟਲੀ ਪ੍ਰੈਜ਼ੀਡੈਂਟ ਪੁੱਛੇ ਸੀ ਸਾਊਥ ਕੋਰੀਆ ਦਾ, ਇਸ ਤੋਂ ਬਾਅਦ ਨਿਊ ਪ੍ਰੈਜ਼ੀਡੈਂਟ ਕਿਊਬਾ ਦਾ ਵੀ ਪੁੱਛਿਆ ਸੀ। ਇਸ ਤੋਂ ਬਾਅਦ ਆਪਾਂ ਇੰਡੀਅਨ ਪ੍ਰੈਜ਼ੀਡੈਂਟ ਦੇ ਬਾਰੇ ਵੀ ਜਿੰਨੇ ਫੈਕਟ ਨੇ ਇਹ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਅਗਲੀ ਵੀਡੀਓ ਦੇ ਵਿੱਚ। ਤਾਂ ਤੁਹਾਡੇ ਲਈ ਮੈਂ 5 ਕੁਐਸਚਨ ਸੀਗੇ ਪੋਲਿਟੀ ਦੇ ਜਿਹੜੇ ਇੰਪੋਰਟੈਂਟ ਸੀ ਉਹਦੇ ਵਿੱਚ, ਤਾਂ ਮੈਂ ਤੁਹਾਡੇ ਲਈ ਉਹ ਕੁਐਸਚਨ ਇਹਦੇ ਚੋਂ ਫਰੇਮ ਕੀਤੇ ਸੀਗੇ 5। ਤਾਂ ਬੱਚੇ ਬਾਕੀ ਦੇਖੋ, ਜਿਹੜੇ ਚੈਨਲ ਦੇ ਉੱਤੇ ਨਵੇਂ ਆ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਦੈਨ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਨਾਲ ਹੀ ਜਿਨ੍ਹਾਂ ਨੇ ਬੈਲ ਨੋਟੀਫਿਕੇਸ਼ਨ ਨਹੀਂ ਔਨ ਕਰਿਆ, ਬੈਲ ਨੋਟੀਫਿਕੇਸ਼ਨ ਨੂੰ ਵੀ ਔਨ ਕਰ ਲਿਓ। ਤੇ ਟੈਲੀਗ੍ਰਾਮ ਦਾ ਲਿੰਕ ਬੱਚੇ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੂਗਾ, ਉੱਥੋਂ ਤੁਸੀਂ ਦੇਖ ਸਕਦੇ ਹੋ। ਜਿਨ੍ਹਾਂ ਨੇ ਹਜੇ ਤੱਕ ਜੁਡੀਸ਼ਰੀ ਟੌਪਿਕ, DPSP ਟੌਪਿਕ, ਫੰਡਾਮੈਂਟਲ ਰਾਈਟ ਟੌਪਿਕ ਬਿਲਕੁਲ ਨਹੀਂ ਦੇਖਿਆ, ਉਹਦਾ ਲਿੰਕ ਵੀ ਤੁਹਾਨੂੰ ਆਈ ਬਟਨ ਦੇ ਵਿੱਚ ਮਿਲ ਜੂਗਾ ਪਲੇਲਿਸਟ ਦਾ। ਉਹਦੇ ਵਿੱਚੋਂ ਜਾ ਕੇ ਤੁਸੀਂ ਜਿਹੜੀਆਂ ਵੀਡੀਓਜ਼ ਨੇ ਉਹ ਦੇਖ ਸਕਦੇ ਹੋ, ਚਾਹੇ ਈਵਨ ਤੁਸੀਂ ਫਾਸਟ ਕਰਕੇ ਦੇਖ ਲਿਓ, ਵੈਸੇ ਤੁਹਾਨੂੰ ਈਜ਼ੀਲੀ ਸਮਝ ਆ ਜਾਣਾ। ਤਾਂ ਇਹ ਨਹੀਂ ਹੈਗਾ ਚਾਹੇ ਤੁਸੀਂ ਪਹਿਲਾਂ ਪੋਲਿਟੀ ਪੜ੍ਹੀ ਆ, ਫਸਟ ਟਾਈਮ ਪੜ੍ਹਦੇ ਹੋ, ਦੈਨ ਤੁਹਾਨੂੰ ਕਲੀਅਰ ਹੋ ਜਾਏਗਾ ਫਿਰ ਵੀ ਐਵਰੀਥਿੰਗ। ਤਾਂ ਬੱਚੇ ਦੇਖੋ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਭ ਨੂੰ ਬਾਏ ਬਾਏ, ਟੇਕ ਕੇਅਰ।